ਸ਼੍ਰੋਮਣੀ ਅਕਾਲੀ ਦਲ ਮੋਰਚਿਆਂ ਦੀ ਪਾਰਟੀ ਰਹੀ ਹੈ। ਮੋਰਚਿਆਂ 'ਚੋਂ ਬਹੁਤ ਸਾਰੇ ਲੀਡਰ ਨਿਕਲੇ ਨੇ ਜਿਨ੍ਹਾਂ ਨੂੰ ਪਾਰਟੀ ਨੇ ਅੱਖਾਂ ਤੇ ਬਿਠਾਇਆ। ਤੁਹਾਨੂੰ ਇੰਨੀ ਜਲਦੀ ਟਿਕਟ ਮਿਲਣ ਦਾ ਰਾਜ਼ ਕੀ ਹੈ? ਮੈਂ 1996 ਤੋਂ ਅਸੀਂ ਪੋਲੀਟਿਕਸ ਦੇ ਵਿੱਚ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਸ਼ੁਰੂ ਕੀਤਾ, ਸਟੂਡੈਂਟ ਪੋਲੀਟਿਕਸ ਤੋਂ। ਤੁਸੀਂ ਲੌਂਗੋਵਾਲ ਸਲਾਈਡ ਦੇ ਵਿੱਚ ਸੀ ਜੀ। ਤੁਸੀਂ ਖਾਸੇ ਤੱਤੇ ਨੌਜਵਾਨ ਆਗੂ ਦੇ ਵਜੋਂ ਜਾਣੇ ਗਏ ਹੋ। ਤੱਤਾ ਤਾਂ ਹੋਣੀ ਪੈਣਾ ਜੀ, ਇਹ ਸੁਭਾਅ ਹੈ ਪੰਜਾਬੀਆਂ ਦਾ। ਅਕਾਲੀ ਦਲ ਨੇ ਸੰਗਰੂਰ ਹਲਕੇ ਤੋਂ ਇੱਕ ਯੰਗ ਲੀਡਰ ਨੂੰ ਤਾਂ ਖੜਾ ਕੀਤਾ, ਪਰ ਵਿਨਰਜੀਤ ਸਿੰਘ ਗੋਲਡੀ ਜੋ ਇਸ ਵੇਲੇ ਉਮੀਦਵਾਰ ਨੇ, ਉਹ ਤਜਰਬੇਕਾਰ ਆਪਣੇ ਤੇ ਬਗਾਨਿਆਂ ਨਾਲ ਕਿਵੇਂ ਲੜਨਗੇ, ਇਸ ਚੁਣੌਤੀ ਨੂੰ ਵਿਨਰਜੀਤ ਸਿੰਘ ਗੋਲਡੀ ਕਿਵੇਂ ਵੇਖਦੇ? ਜਿਹੜਾ ਬੰਦਾ ਲੜਾਈ ਲੜ ਸਕਦਾ ਉਹਨਾਂ ਨੇ ਉਸੇ ਬੰਦੇ ਨੂੰ ਤਰਜੀਹ ਦਿੱਤੀ ਹੈ। ਤੇ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਜੋ ਮੈਨੂੰ ਮਿਲਿਆ, ਮੈਂ ਡਾਇਰੈਕਟਰ ਪੇਡਾ ਰਿਹਾ, ਮੈਂ ਵਾਈਸ ਚੇਅਰਮੈਨ ਰਿਹਾ ਪੀਆਰਡੀ ਦਾ, ਤੇ ਇਹ ਟਿਕਟ ਸੱਚ ਜਾਣਿਓ ਜਿੱਦੇ ਇਹ ਅਨਾਉਂਸ ਹੁੰਦੀ ਹੈ ਮੈਨੂੰ ਪਤਾ ਨਹੀਂ ਹੁੰਦਾ ਸੀ। ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਹਮੇਸ਼ਾ ਹੀ ਆਪਣਿਆਂ ਦੀ ਧੜੇਬੰਦੀ ਰਹੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਫਿਰ ਨਿਪਟਿਆ ਜਾਊਗਾ? ਦੇਖੋ, ਚੈਲੰਜ ਤਾਂ ਬੰਦੇ ਦਾ ਆਪਣੇ ਆਪ ਨਾਲ ਹੁੰਦਾ ਜਿਸ ਤੇ ਮੈਂ ਤਕੜਾ ਨਾ ਤੇ ਕੋਈ ਤੁਹਾਡੇ ਸਾਹਮਣੇ ਤਕੜਾ। ਇਹ ਡਿਪਲੋਮੈਟਿਕ ਆਨਸਰ ਹੋ ਗਿਆ। ਨਾ ਮੈਂ ਸਿੱਧੀ ਗੱਲ ਕਹਿਣਾ ਜੀ, ਮੈਂ ਇਹ ਕਹਿਣਾ ਸਾਰੇ ਤਕੜੇ ਨੇ, ਪਰ ਜਿੱਥੇ ਮੈਂ ਖੜਾ ਉੱਥੇ ਫਿਰ ਮੈਂ ਹੀ ਤਕੜਾ ਜੀ, ਉੱਥੇ ਦੂਜਾ ਤਾਂ ਤਕੜਾ ਹੋ ਨਹੀਂ ਸਕਦਾ ਤੇ ਨਾ ਹੀ ਹੋਣ ਦੇਣਾ। ਪਰ ਉਹਨਾਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਹੀਂ, ਅਸੀਂ ਨਜ਼ਰਅੰਦਾਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਦੇਖੋ, ਕੋਈ ਵੀ ਲੀਡਰ ਹੈ, ਇੱਕ ਪਾਸੇ ਢੀਂਡਸਾ ਪਰਿਵਾਰ ਹੋਏਗਾ ਤੇ ਦੂਸਰੇ ਪਾਸੇ ਆਪਾਂ ਕਾਂਗਰਸ ਦੀ ਗੱਲ ਕਰ ਲਈ ਤਾਂ ਵਿਜੇਂਦਰ ਸਿੰਗਲਾ ਦਾਅਵੇਦਾਰ ਜੀ। ਉਹ ਹੋ ਗਏ ਦੋ ਚੀਜ਼ਾਂ, ਦੋ ਚੁਣੌਤੀਆਂ ਤੇ ਹੀ ਹੋ ਗਈਆਂ। ਤੀਸਰੀ ਹੋ ਗਈ ਆਮ ਆਦਮੀ ਪਾਰਟੀ ਜੀ, ਭਗਵੰਤ ਮਾਨ। ਟਾਈਟ ਫਾਈਟ ਤੇ ਇਸ ਵਾਰ ਪੂਰੀ ਹੋਣੀ ਹੈ ਤੇ ਵਿਨਰਜੀਤ ਸਿੰਘ ਗੋਲਡੀ ਕਿਸ ਤਰ੍ਹਾਂ ਦੇ ਨਾਲ ਟਾਈਟ ਫਾਈਟ ਦਾ ਮੁਕਾਬਲਾ ਕਰਨਗੇ, ਕਿਉਂਕਿ ਵਿਨਰਜੀਤ ਗੋਲਡੀ ਪਹਿਲੀ ਵਾਰ ਲੜ ਰਹੇ ਨੇ। ਜੇ ਵੱਡੀ ਚੁਣੌਤੀ ਨਹੀਂ ਹੋਊਗੀ ਤੇ ਫਿਰ ਲੜਨ ਦਾ ਸਵਾਦ ਵੀ ਕੋਈ। ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਵਿਨਰਜੀਤ ਸਿੰਘ ਗੋਲਡੀ ਤੇ ਵੀ ਕਈ ਪਰਚੇ ਹੋਏ ਨੇ, ਫਲੈਸ਼ ਕਰਕੇ ਵੀ ਚਾਹੀਏ। ਮੈਂ ਕਦੇ ਕਿਸੇ ਤੇ ਪਹਿਲਾਂ ਵਾਰ ਨਹੀਂ ਪਰਚਾ ਹੋਇਆ, ਤਾਂ ਮੇਰੇ ਤੇ ਜੇ ਵਾਰ ਹੋਇਆ ਤਾਂ ਵਾਰ ਦਾ ਜਿਹੜਾ ਜਵਾਬ ਦਿੱਤਾ ਨਾ ਉਹਦੇ ਕਰਕੇ ਪਰਚਾ। ਸੰਗਰੂਰ ਹਲਕੇ ਤੋਂ ਜ਼ਿਆਦਾਤਰ ਹਿੰਦੂ ਚਿਹਰੇ ਜਿੱਤਦੇ ਰਹੇ ਨੇ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਵੇਖਦੇ? ਇਹ ਮੈਂ ਤੁਹਾਨੂੰ ਦੱਸਿਆ ਕਿ ਧਰਮ ਦੀ ਰਾਜਨੀਤੀ ਤੇ ਜਾਤਾਂ ਪਾਤਾਂ ਦੀ ਰਾਜਨੀਤੀ ਕਰਦੇ, ਤੇ ਜਿਹੜੀ ਬਹੁਤ ਮਾੜੀ ਹੈ ਤੇ ਸਾਡੇ ਸਮਾਜ ਨੂੰ ਦੇ ਵਿੱਚ ਜਿਹੜਾ ਗੰਦਲਾਪਨ ਆਇਆ ਤਾਂ ਉਹ ਇਹਨਾਂ ਦੀ ਲੋਕਾਂ ਦੀ ਰਾਜਨੀਤੀ। ਕੈਪਟਨ ਸਾਹਿਬ, ਬੀਜੇਪੀ ਤੇ ਢੀਂਡਸਾ ਪਰਿਵਾਰ ਦੇ ਗੱਠਜੋੜ ਦੀ ਗੱਲ ਚੱਲ ਰਹੀ ਹੈ ਜੀ। ਇਸ ਦਾ ਲੱਗਦਾ ਕਿ ਇਸ ਹਲਕੇ ਦੇ ਵਿੱਚ ਕੋਈ ਅਸਰ ਵੇਖਣ ਨੂੰ ਮਿਲੇਗਾ? ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਬੋਲੋ ਨੇਤਾ ਜੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਕਿਸੇ ਵੇਲੇ ਕਮਿਊਨਿਸਟਾਂ ਦਾ ਗੜ ਹੁੰਦਾ ਸੀ, ਬਾਅਦ ਵਿੱਚ ਅਕਾਲੀ ਦਲ ਦਾ ਗੜ ਬਣ ਗਿਆ। ਪਰ ਇੱਥੇ ਅਕਾਲੀ ਦਲ ਨੂੰ ਜਦੋਂ ਵੀ ਮਾਰ ਪਈ ਤਾਂ ਅੰਦਰਲੀ ਧੜੇਬੰਦੀ ਦੇ ਚੱਲਦਿਆਂ ਪਈ ਹੈ। ਇਸ ਵਾਰ ਵੀ ਢੀਂਡਸਾ ਧੜਾ ਵੱਖ ਹੋ ਚੁੱਕਿਆ ਹੈ ਤੇ ਹੁਣ ਅਕਾਲੀ ਦਲ ਦੇ ਵੱਲੋਂ ਇੱਥੋਂ ਉਮੀਦਵਾਰ ਐਲਾਨਿਆ ਗਿਆ ਹੈ ਵਿਨਰਜੀਤ ਸਿੰਘ ਗੋਲਡੀ ਨੂੰ। ਯੰਗ ਉਮੀਦਵਾਰ ਨੇ, ਪਹਿਲੀ ਵਾਰ ਚੋਣ ਲੜਨ ਜਾ ਰਹੇ ਨੇ। ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਹੁਤ-ਬਹੁਤ ਸਵਾਗਤ ਵਿਨਰਜੀਤ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ। ਤੇ ਵਿਨਰਜੀਤ, ਮੇਰਾ ਸਭ ਤੋਂ ਪਹਿਲਾ ਹੀ ਸਵਾਲ ਕਿ ਕਿਹੜੇ-ਕਿਹੜੇ ਮੁੱਦੇ ਹੋਣਗੇ ਜੋ ਲੋਕਾਂ ਦੇ ਵਿੱਚ ਲੈ ਕੇ ਤੁਸੀਂ ਜਾਓਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਤੇ ਸਮੁੱਚੀ ਲੀਡਰਸ਼ਿਪ ਦਾ, ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ। ਤੇ ਸੰਗਰੂਰ ਇੱਕ ਹਲਕਾ ਇਹੋ ਜਿਹਾ, ਹਾਲਾਂਕਿ ਲੋਕਾਂ ਨੇ ਬਹੁਤ ਸਾਰੇ ਇਹਨਾਂ ਦੇ ਮਜ਼ਾਕ ਬਣਾਏ ਤੇ ਮੈਂ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਕਈ ਲੀਡਰਾਂ ਨੇ ਉਹਨੂੰ ਸਮਝਿਆ ਨਹੀਂ, ਪਰ ਮੇਰੀ ਸ਼ੁਰੂਆਤ ਸਭ ਤੋਂ ਪਹਿਲੀ ਇਹ ਹੈ ਕਿ ਮੇਰਾ ਹੈ ਗਰੂਰ, ਮੇਰਾ ਹਲਕਾ ਸੰਗਰੂਰ। ਅਸੀਂ ਉਹ ਨਹੀਂ ਕਹਾਂਗੇ ਕਿ ਸਾਡਾ ਜ਼ਿਲ੍ਹਾ ਸੰਗਰੂਰ, ਮੇਰਾ ਕੀ ਕਸੂਰ ਤੇ ਸਾਡਾ ਜ਼ਿਲ੍ਹਾ ਸੰਗਰੂਰ, ਉਹ ਨਹੀਂ ਹੈ। ਮੈਂ ਕਹੂੰਗਾ ਕਿ ਮੇਰਾ ਹੈ ਗਰੂਰ, ਮੇਰਾ ਹਲਕਾ ਸੰਗਰੂਰ। ਤੇ ਸੰਗਰੂਰ 'ਚ ਮੁੱਦੇ ਬਹੁਤ ਵੱਡੇ ਨੇ, ਮੁੱਦੇ ਕੁਝ ਛੋਟੇ ਨਹੀਂ ਹੈ, ਕਿਉਂਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਉੱਥੇ ਕੀਤਾ ਜਾਂਦਾ, ਧਰਮ ਦੀ ਰਾਜਨੀਤੀ ਕੀਤੀ ਜਾਂਦੀ ਹੈ, ਜਾਤ ਪਾਤ ਦੀ ਰਾਜਨੀਤੀ ਕੀਤੀ ਜਾਂਦੀ ਹੈ, ਪਰਚਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ ਤੇ ਖਰਚਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ। ਕਿਉਂਕਿ ਪਰਚੇ ਇਹ ਨੇ ਕਿ ਲੋਕਾਂ ਨੂੰ ਦੱਬਣ ਲਈ ਨਜਾਇਜ਼ ਝੂਠੇ ਪਰਚੇ ਹੋ ਰਹੇ ਨੇ, ਤੇ ਨਾਲ ਹੀ ਜਿਹੜਾ ਆਪਣੇ ਖਰਚੇ ਚਲਾਉਣ ਲਈ ਕਮਿਸ਼ਨ ਬਹੁਤ ਮੋਟੇ-ਮੋਟੇ ਲਏ ਜਾਂਦੇ ਨੇ। ਸੋ ਇਹ ਜਿਹੜਾ ਸਭ ਤੋਂ ਪਹਿਲਾ ਮੁੱਦਾ ਇਹ ਹੈ। ਤੇ ਦੂਸਰਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਹੈ, ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸ਼ੁਰੂ ਤੋਂ ਰੱਖਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਏਜੰਡਾ ਹੈ, ਪਹਿਲਾ ਹੈ ਕਿ ਸ਼ਾਂਤੀ ਤੇ ਭਾਈਚਾਰਕ ਸਾਂਝ, ਤੇ ਦੂਸਰਾ ਡਿਵੈਲਪਮੈਂਟ। ਇਹੀ ਸਾਡਾ ਮੇਰਾ ਏਜੰਡਾ ਰਹੂਗਾ। ਤੇ ਨੌਜਵਾਨਾਂ ਲਈ ਸਭ ਤੋਂ ਵੱਡਾ ਰੁਜ਼ਗਾਰ ਦਾ ਮੁੱਦਾ ਜਿਹੜਾ ਹੈ ਉਹ ਅਸੀਂ ਰੁਜ਼ਗਾਰ, ਸ਼ਾਂਤੀ ਤੇ ਭਾਈਚਾਰਕ ਸਾਂਝ ਇਹਨਾਂ ਦੇ ਮੁੱਖ ਮੁੱਦੇ ਨੇ, ਜਿਹੜੇ ਮੁੱਖ ਏਜੰਡੇ ਨੇ ਜਿਹੜੇ ਰਹਿਣਗੇ, ਜੋ ਲੋਕਾਂ ਦੇ ਵਿੱਚ ਲੈ ਕੇ ਵਿਨਰਜੀਤ ਸਿੰਘ ਗੋਲਡੀ ਜਾਣਗੇ। ਵਿਨਰਜੀਤ, ਇੱਕ ਸਵਾਲ
ਹੋਰ ਦਿਮਾਗ ਦੇ ਵਿੱਚ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੋਰਚਿਆਂ ਦੀ ਪਾਰਟੀ ਰਹੀ ਹੈ। ਮੋਰਚਿਆਂ 'ਚੋਂ ਬਹੁਤ ਸਾਰੇ ਲੀਡਰ ਨਿਕਲੇ ਨੇ ਜਿਨ੍ਹਾਂ ਨੂੰ ਪਾਰਟੀ ਨੇ ਅੱਖਾਂ ਤੇ ਬਿਠਾਇਆ। ਤੁਹਾਨੂੰ ਇੰਨੀ ਜਲਦੀ ਟਿਕਟ ਮਿਲਣ ਦਾ ਰਾਜ਼ ਕੀ ਹੈ? ਨਹੀਂ, ਇਹ ਜਲਦੀ ਨਹੀਂ ਹੈ ਜੀ, ਸਗੋਂ ਬਹੁਤ ਸਾਰੇ ਮੇਰੇ ਦੋਸਤਾਂ ਦਾ ਕਹਿਣਾ ਕਿ ਕਾਫੀ ਲੇਟ ਹੈ, ਪਰ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਸਿਪਾਹੀ ਰਿਹਾ। ਮੇਰੀ ਇਹ ਤੀਸਰੀ ਪੀੜ੍ਹੀ ਹੈ ਅਕਾਲੀ ਦਲ 'ਚ। ਮੇਰੇ ਦਾਦੇ, ਮੇਰੇ ਬਜ਼ੁਰਗ, ਠੀਕ ਹੈ, ਉਹ ਵੱਖਰੀ ਗੱਲ ਹੈ ਕਿ ਉਹ ਐਕਟਿਵ ਜਿਹੜੇ ਕਹਿ ਸਕਦੇ ਕਿ ਲੀਡਰ ਨਹੀਂ ਸੀ, ਪਰੰਤੂ ਜਿਸ ਪਿੰਡ ਦਾ ਮੈਂ ਜੰਮ ਪਲਾ, ਖਡਿਆਲ ਪਿੰਡ ਹੈ ਮੇਰਾ, ਅਤੇ ਉਸ ਪਿੰਡ 'ਚੋਂ ਜਥੇਦਾਰ ਆਲਾ ਸਿੰਘ ਹੋਰੀ, ਸਰਦਾਰ ਜਥੇਦਾਰ ਗੁਰਬਖਸ਼ ਸਿੰਘ ਹੋਰੀ, ਜਾਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉਸ ਪਿੰਡ ਦੇ ਵਿੱਚੋਂ ਹੋਈਆਂ ਨੇ। ਅਤੇ ਮੈਨੂੰ ਮੇਰੀ ਸਿਆਸਤ ਜਿਹੜੀ ਹੈ ਤਕਰੀਬਨ 25 ਸਾਲ ਦੀ ਹੈ। ਮੈਂ ਜਦੋਂ ਇੰਜੀਨੀਅਰਿੰਗ ਕਰਦਾ ਸੀ, ਸੰਤ ਲੌਂਗੋਵਾਲ ਇੰਸਟੀਚਿਊਟ ਦਾ ਪੜ੍ਹਿਆ, ਮੈਂ ਉੱਥੋਂ ਡਿਗਰੀ ਕੀਤੀ ਹੈ ਮਕੈਨੀਕਲ ਦੀ। ਉੱਥੋਂ ਪੜ੍ਹਦੇ ਹੋਏ ਮੈਂ 1996 ਤੋਂ ਅਸੀਂ ਪੋਲੀਟਿਕਸ ਦੇ ਵਿੱਚ, ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਸ਼ੁਰੂ ਕੀਤਾ, ਸਟੂਡੈਂਟ ਪੋਲੀਟਿਕਸ ਤੋਂ। ਮੈਨੂੰ ਯਾਦ ਹੈ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ MP ਲੜੇ ਸਾਡੇ, ਅਤੇ ਸਰਦਾਰ ਬਲਦੇਵ ਸਿੰਘ ਮਾਨ ਸਾਹਿਬ ਉਦੋਂ ਸਾਡੇ ਇਲਾਕੇ ਦੇ ਲੀਡਰ ਸੀ ਇੱਥੇ ਕਾਫੀ। ਅਤੇ ਉਸ ਟਾਈਮ 'ਤੇ ਮੈਂ 500 ਮੁੰਡਾ ਲੈ ਕੇ ਅਸੀਂ ਉਦੋਂ ਉਹਨਾਂ ਨੂੰ ਤੋਲਿਆ ਸੀ, ਸਿੱਕਿਆਂ ਨਾਲ ਤੋਲਿਆ ਸੀ ਸਾਡੇ ਪਰਿਵਾਰ ਨੇ। ਅਤੇ ਮੈਨੂੰ ਯਾਦ ਹੈ ਬਰਨਾਲਾ ਸਾਹਿਬ ਦਾ 82.5 ਕਿਲੋ ਭਾਰ ਸੀ। ਅਤੇ ਅਸੀਂ ਉਦੋਂ ਦੀ ਪੋਲੀਟਿਕਸ ਕਰਦੇ। ਫਿਰ ਮੇਰਾ 97 'ਚ ਮੇਰੇ ਦੋਸਤ ਸੀ, ਛਾਪਿਆਂ ਵਾਲੀ ਪੜ੍ਹਦੇ ਹੁੰਦੇ, ਤਾਂ ਉਹਨਾਂ ਨਾਲ ਮਿਲ ਕੇ ਅਸੀਂ ਜਦੋਂ ਫਿਰ ਉੱਥੇ ਲੰਬੀ ਹਲਕੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਅਟੈਚਮੈਂਟ ਹੋਈ। ਅਤੇ ਉਦੋਂ ਤੋਂ ਲੈ ਕੇ ਮੈਂ ਤਕਰੀਬਨ, ਮੈਂ ਦੱਸਣਾ ਚਾਹੁੰਦਾ ਜਸਮੀਤ ਜੀ, ਮੈਂ 2 ਸਾਲ 2000 ਤੋਂ 2002 ਤੱਕ ਲੰਬੀ ਹਲਕੇ ਦੇ ਪਿੰਡਾਂ 'ਚ ਕੰਮ ਕੀਤਾ। ਫਿਰ ਵੱਖ-ਵੱਖ ਇਲੈਕਸ਼ਨਾਂ, ਕੋਈ ਇਹੋ ਜਿਹੀ ਇਲੈਕਸ਼ਨ ਨਹੀਂ ਹੋਊਗੀ, ਕੋਈ ਇਹੋ ਜਿਹੀ ਮੋਰਚੇ ਨਹੀਂ ਹੋਣਗੇ ਜਿਹੜੇ ਅਕਾਲੀ ਦਲ ਵੱਲੋਂ ਪਿਛਲੇ 25 ਸਾਲਾਂ 'ਚ ਲਾਏ ਗਏ, ਕੋਈ ਇਹੋ ਜਿਹੀ ਰੈਲੀ ਨਹੀਂ ਹੈਗੀ, ਚਾਹੇ ਉਹ ਦਿੱਲੀ ਹੋਈ ਹੈ, ਚਾਹੇ ਪੰਜਾਬ ਦੇ ਕੋਨੇ 'ਚ ਹੋਈ ਹੈ, ਅਤੇ ਚਾਹੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ, ਜਿੱਥੇ ਵੀ ਕਿਤੇ ਅਕਾਲੀ ਦਲ ਨੂੰ ਲੋੜ ਪਈ ਹੈ, ਮੈਂ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜਿਹੜਾ ਉੱਥੇ ਹਮੇਸ਼ਾ ਨਿਭਦਾ ਰਿਹਾ। ਅਤੇ ਇਹੀ ਮੈਨੂੰ ਲੱਗਦਾ ਕਿ ਮੇਰੀ ਪਾਰਟੀ ਪ੍ਰਤੀ ਵਫਾਦਾਰੀ, ਹਾਲਾਂਕਿ ਸੁਨਾਮ ਤੋਂ ਵੀ ਮੈਨੂੰ ਕਿਹਾ ਜਾਂਦਾ ਸੀ, ਅਤੇ ਉਦੋਂ ਪਹਿਲਾਂ ਵੀ ਕਈ ਵਾਰੀ ਹੋਈ ਗੱਲ, ਪਿਛਲੀ ਵਾਰ ਵੀ ਕਿਹਾ ਸੀ, ਪਰ ਮੈਂ ਹਮੇਸ਼ਾ ਇੱਕ ਚੀਜ਼ 'ਚ ਵਿਸ਼ਵਾਸ ਰੱਖਦਾ ਕਿ ਸਭ ਤੋਂ ਪਹਿਲਾ ਓਟ ਆਸਰਾ ਪਰਮਪਿਤਾ ਪਰਮਾਤਮਾ ਦਾ, ਉਹਦੀ ਰਜ਼ਾ, ਜੋ ਉਹਨੇ ਦੇਣਾ ਉਹ ਤੁਹਾਨੂੰ ਦੇਣਾ, ਉਹ ਤੁਹਾਡੇ ਮੱਥੇ ਦੀ ਲਕੀਰ ਜਿਹੜੀ ਲਿਖੀ ਹੈ ਉਹਨੂੰ ਮੋੜ ਨਹੀਂ ਸਕਦਾ। ਅਤੇ ਨਾਲ ਹੀ ਦੂਸਰਾ ਮੈਂ ਕਹਿੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਹਮੇਸ਼ਾ ਪਾਰਟੀ ਪ੍ਰਧਾਨ ਨੇ ਉਹਨਾਂ 'ਚ ਭਰੋਸਾ ਕੀਤਾ, ਅਤੇ ਉਹਨਾਂ ਨੇ ਮੇਰੇ 'ਤੇ ਭਰੋਸਾ ਕੀਤਾ। ਤੁਸੀਂ ਸਟੂਡੈਂਟ ਪੋਲੀਟਿਕਸ ਦੀ ਗੱਲ ਕੀਤੀ, ਆਪਾਂ ਤੁਹਾਡੀ ਗੱਲ ਕਰ ਲਈਏ। ਤੁਸੀਂ ਲੌਂਗੋਵਾਲ ਸਲਾਈਡ ਦੇ ਵਿੱਚ ਸੀ ਜੀ, ਤੁਸੀਂ ਖਾਸੇ ਤੱਤੇ ਨੌਜਵਾਨ ਆਗੂ ਦੇ ਵਜੋਂ ਜਾਣੇ ਗਏ ਉੱਥੇ। ਮੈਂ ਇਹ ਨਹੀਂ ਜੀ, ਤੱਤਾ ਨਹੀਂ ਜੀ, ਐਕਚੁਅਲੀ ਕੀ ਹੈ, ਇਮੋਸ਼ਨਲ ਹਾਂ, ਥੋੜ੍ਹਾ ਜਿਹਾ ਜਜ਼ਬਾਤੀ ਜ਼ਿਆਦੇ ਹਾਂ, ਅਤੇ ਜਿਹਦੇ ਕਿਤੇ ਧੱਕਾ ਹੁੰਦਾ ਜਾਂ ਜਿੱਥੇ ਕਿਤੇ ਇੱਜ਼ਤ ਦੀ ਗੱਲ, ਜ਼ਮੀਰ ਦੀ ਗੱਲ ਆਉਂਦੀ ਹੈ, ਮੈਂ ਇਹ ਗੱਲ ਕਹੂੰਗਾ ਕਿ ਦੇਖੋ, ਮੈਂ ਨਾ ਕਦੇ ਮਾੜੀ ਸ਼ਬਦਾਵਲੀ ਬੋਲਦਾ, ਨਾ ਮੈਂ ਮਾੜੀ ਕਦੇ ਗੱਲ ਸੁਣਦਾ, ਅਤੇ ਨਾ ਮਾੜੀ ਕਰਦਾ। ਮੇਰੀ ਜ਼ਿੰਦਗੀ 'ਚ ਇੱਕੋ ਅਸੂਲ ਹੈ ਕਿ ਮੈਂ ਆਪਣੀ ਲਕੀਰ ਵੱਡੀ ਕਰਦਾ, ਦੂਜੇ ਦੀ ਛੋਟੀ ਕਰਨ 'ਚ ਵਿਸ਼ਵਾਸ ਨਹੀਂ ਰੱਖਦਾ। ਸੋ ਮੈਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰੂੰਗਾ, ਪਹਿਲਾਂ ਵੀ ਕੀਤੀ ਹੈ, ਅਤੇ ਜਿੱਥੇ ਮੈਨੂੰ ਜ਼ਰੂਰਤ ਹੋਊਗੀ ਮੈਂ ਨਿਭ ਕੇ ਵੀ, ਨੀਵਾਂ ਵੀ ਉਨਾ ਹੀ ਹੋਣਾ। ਜਿਹੜੇ ਕਹਿੰਦਾ ਜਿਵੇਂ ਬਾਂਸ ਹੈ, ਬਾਂਸ ਨਿਭਦਾ ਪੂਰਾ, ਅਤੇ ਜਦੋਂ ਧਰਤੀ 'ਤੇ ਲੱਗ ਜਾਂਦਾ ਮੁੜ ਕੇ, ਅਤੇ ਜੇ ਫਿਰ ਉਹਨੂੰ ਤੋੜਨ ਦੀ ਕੋਈ ਕੋਸ਼ਿਸ਼ ਕਰੇ ਤਾਂ ਫਿਰ ਉਹ ਪੁੱਠਾ ਬਹੁਤ ਭੈੜਾ ਵੱਜਦਾ। ਅਤੇ ਮੇਰਾ ਵੀ ਉਹੀ ਸਿਸਟਮ ਹੈ ਵੀ ਉਸੇ ਬਾਂਸ ਵਰਗਾ ਝੁਕਾ ਲਓ ਜਿੰਨਾ ਮਰਜ਼ੀ, ਪਰ ਤੋੜਨ ਦੀ ਕੋਸ਼ਿਸ਼ ਜਦੋਂ ਕਰਦਾ ਤਾਂ ਫਿਰ ਉਦੋਂ ਫਿਰ ਤੱਤਾ ਤਾਂ ਹੋਣੀ ਪੈਣਾ ਜੀ, ਇਹ ਸੁਭਾਅ ਹੈ ਪੰਜਾਬੀਆਂ ਦਾ। ਅਤੇ ਇੱਕ ਚੀਜ਼ ਹੋਰ, ਤੁਹਾਡੀ ਫੈਮਿਲੀ ਅਕਾਲੀ ਦਲ ਦਾ ਪਾਰਟ ਰਹੀ ਹੈ, ਅਕਾਲੀ ਦਲ ਦੇ ਵਿੱਚ ਰਹੀ ਹੈ, ਕਿ ਤੁਹਾਡਾ ਵੀ ਇਹੋ ਰੀਜ਼ਨ ਹੈ ਕਿ ਤੁਸੀਂ ਵੀ ਅਕਾਲੀ ਦਲ ਹੀ ਚੁਣਿਆ? ਅਕਾਲੀ ਦਲ ਜਿਹੜਾ, ਦੇਖੋ ਇਹ ਤਾਂ ਫੈਕਟ ਹੈ, ਪਾਰਟੀਆਂ ਦੇਖੋ ਤੁਹਾਡੇ ਰਿਸ਼ਤੇਦਾਰ, ਤੁਹਾਡੇ ਜਿਹੜੇ ਭਾਈ ਭਰੱਪਾ ਜਿਹੜਾ ਹੁੰਦਾ, ਜਿਹਨੂੰ ਸ਼ਰੀਕੇ ਕਹਿੰਦੇ ਆ, ਉਹ ਬਾਈ ਡਿਫਾਲਟ, ਬਾਈ ਜਨਮ ਤੋਂ ਆਉਂਦੇ ਨੇ। ਪਾਰਟੀ ਜਿਹੜੀ ਹੈ ਉਹ ਤੁਹਾਡੀ ਸੋਚ ਅਤੇ ਵਿਚਾਰ, ਜਿਹੜਾ ਤੁਹਾਡਾ ਸੋਚ ਹੈ, ਤੁਹਾਡੇ ਵਿਚਾਰ ਨੇ, ਉਹਨਾਂ ਨਾਲ ਤੁਸੀਂ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਹੋ। ਅਕਾਲੀ ਦਲ 'ਚ ਖੂਨ 'ਚ ਅਕਾਲੀ ਦਲ ਹੈ, ਮੁੱਢ ਤੋਂ ਅਕਾਲੀ ਦਲ ਚੱਲਿਆ, ਪਰ ਨਾਲ ਜਿਹੜਾ ਸੀ ਐਕਚੁਅਲੀ, ਜਿਹੜਾ ਮੈਂ ਇੱਕ ਰੋਲ ਮਾਡਲ ਦੇ ਤੌਰ 'ਤੇ ਦੇਖਿਆ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੇਖਿਆ। ਸੋ ਹਮੇਸ਼ਾ ਬਹੁਤ ਪੋਜ਼ੀਟਿਵ ਸੋਚ ਵਾਲੇ ਇਨਸਾਨ ਨੇ, ਮਾੜੀ ਨੀਤ, ਮਾੜੀ ਜਿਹੜੀ ਸੋਚ ਨਹੀਂ ਕਦੇ ਉਹਨਾਂ ਦੀ, ਉਹਨਾਂ ਨੇ ਪੋਜ਼ੀਟਿਵ ਸੋਚਣਾ ਹੈ। ਬਹੁਤ ਲੋਕਾਂ ਨੇ ਤੁਸੀਂ ਦੇਖਿਆ ਹੋਣਾ ਮਜ਼ਾਕ ਬਣਾਏ ਪਿੱਛੇ, ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਅੱਜ ਜਿਹੜੀਆਂ ਸੜਕਾਂ 'ਤੇ ਇਹ, ਚਾਹੇ ਕਾਂਗਰਸੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਜਿਹੜੇ ਡੈਸ਼ਬੋਰਡ 'ਤੇ ਲੱਤਾਂ ਧਰ ਕੇ ਨਾ ਸੌਂਦੇ ਜਾਂਦੇ ਨੇ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਦੇਣ ਹੈ। ਮੈਂ ਕਹਿੰਦਾ ਕਿ ਪਾਰਟੀ, ਦੇਖੋ ਸਰਕਾਰਾਂ ਦਾ ਕੰਮ ਹੁੰਦਾ, ਸਰਕਾਰਾਂ ਦਾ ਫਰਜ਼ ਹੈ, ਮੈਂ ਲੀਡਰ ਬਣੂੰਗਾ, ਮੇਰਾ ਫਰਜ਼ ਹੈ ਕੰਮ ਕਰਨਾ, ਉਹ ਕੋਈ ਮੈਂ ਆਸਾਨ ਨਹੀਂ ਕਰਦਾ। ਲੋਕਾਂ ਨੇ ਮੈਨੂੰ ਚੁਣਿਆ, ਭੇਜਿਆ, ਤਾਂ ਮੈਂ ਉਹ ਕੰਮ ਕਰੂੰਗਾ, ਤਾਂ ਮੇਰੀ ਜ਼ਿੰਮੇਵਾਰੀ ਹੈ। ਬਟ ਉਹ ਜ਼ਿੰਮੇਵਾਰੀ ਨਿਭਾਉਣ 'ਚ ਉਹਦਾ ਰੋਡ ਮੈਪ, ਉਹਦਾ ਵਿਜ਼ਨ, ਉਹਦਾ ਬਲੂ ਪ੍ਰਿੰਟ ਕਿਵੇਂ ਤਿਆਰ ਕਰਨਾ, ਅਤੇ ਕੌਣ ਕਰਦਾ, ਅਤੇ ਉਹਨੂੰ ਐਗਜ਼ੀਕਿਊਸ਼ਨ ਕਿਵੇਂ ਕਰਨੀ ਹੈ, ਇਹ ਬਹੁਤ ਵੱਡਾ ਇੱਕ ਲੀਡਰ ਦੀ ਕੁਆਲਿਟੀ ਹੈ, ਅਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ। ਅਤੇ ਇੱਕ ਚੀਜ਼ ਹੋਰ, ਤੁਸੀਂ ਇੱਕ ਯੰਗ ਪੋਲੀਟੀਸ਼ੀਅਨ ਹੋ, ਪਹਿਲੀ ਵਾਰ ਤੁਸੀਂ ਚੋਣ ਲੜਨ ਜਾ ਰਹੇ ਹੋ,
ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਨੇ ਸੰਗਰੂਰ ਹਲਕੇ ਤੋਂ ਇੱਕ ਯੰਗ ਲੀਡਰ ਨੂੰ ਤੇ ਖੜਾ ਕੀਤਾ, ਪਰ ਵਿਨਰਜੀਤ ਸਿੰਘ ਗੋਲਡੀ ਜੋ ਇਸ ਵੇਲੇ ਉਮੀਦਵਾਰ ਨੇ, ਉਹ ਤਜਰਬੇਕਾਰ ਆਪਣੇ ਤੇ ਬਗਾਨਿਆਂ ਨਾਲ ਕਿਵੇਂ ਲੜਨਗੇ? ਇਸ ਚੁਣੌਤੀ ਨੂੰ ਵਿਨਰਜੀਤ ਸਿੰਘ ਗੋਲਡੀ ਕਿਵੇਂ ਵੇਖਦੇ ਨੇ? ਆਪਣੇ ਤਾਂ ਮੇਰੇ ਨਾਲ ਨੇ ਜੀ। ਜਿੰਨੀ ਸਾਡੀ, ਮੈਂ ਇੱਥੇ ਮਾਣ ਨਾਲ ਕਹਿ ਸਕਦਾ, ਬਹੁਤ ਚੰਗਾ ਲੱਗਿਆ ਕਿ ਮੈਨੂੰ ਲੱਗਦਾ ਥੋੜ੍ਹੀਆਂ ਸੀਟਾਂ ਤੇ ਇਹ ਗੱਲ ਹੋਊ ਪੰਜਾਬ 'ਚ। ਵੈਸੇ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਵੀ ਸੀਟ ਤੇ ਤੁਸੀਂ ਜ਼ਿਆਦਾ ਵੈਰ ਵਿਰੋਧ ਨਹੀਂ ਹੋਇਆ ਜੋ ਹੁੰਦਾ ਹੈ, ਪਰੰਤੂ ਸੰਗਰੂਰ ਹਲਕੇ ਦੀ ਜਿੰਨੀ ਜਥੇਬੰਦੀ ਹੈ ਸਾਡੀ, ਸਰਕਲ ਪ੍ਰਧਾਨ ਤੋਂ ਲੈ ਕੇ ਉੱਪਰ ਤੱਕ, ਸਾਰਿਆਂ ਨੇ ਇਹ ਗੱਲ ਕਹੀ ਹੈ, ਯੂਨੈਨਿਮਸਲੀ ਕਿਹਾ ਕਿ ਸਾਨੂੰ ਇਹ ਲੀਡਰ ਜਿਹੜਾ ਹੈ ਇਲੈਕਸ਼ਨ ਵਾਸਤੇ ਚਾਹੀਦਾ ਹੈ। ਈਵਨ ਪ੍ਰਕਾਸ਼ ਚੰਦ ਗਰਗ ਬਾਬੂ ਜੀ ਜਿਹੜੇ ਧੂਰੀ ਤੋਂ ਲੜ ਰਹੇ ਨੇ, ਉਹਨਾਂ ਨੇ ਵੀ ਕਿਹਾ, ਮਾਨ ਸਾਹਿਬ ਉਹਨਾਂ ਤੇ ਵੀ ਆਈ ਰਹੀ ਸੀ ਜੀ, ਮਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਕਿਹਾ, ਉਹਨਾਂ ਦੇ ਪਿੰਡ ਪੈਂਦੇ ਨੇ। ਸੋ ਮੇਰਾ ਤਾਂ ਇਹ ਹੈ ਕਿ ਮੈਂ ਹਮੇਸ਼ਾ ਇੱਕ ਗੱਲ ਹੋਰ ਕਹਿਣਾ ਜਸਮੀਤ ਜੀ, ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਕਦੇ ਮੈਨੂੰ ਮੰਗਣ ਦੀ ਲੋੜ ਨਹੀਂ ਪਈ ਹੈ ਕਦੇ। ਲੋਕ ਬਹੁਤ ਕਹਿੰਦੇ ਨੇ ਵੀ ਬੜੇ ਘਸਾਉਂਦੇ ਨੇ ਜੀ ਲੀਡਰ, ਬੜਾ ਕੁਝ ਕਰਦੇ ਨੇ ਜੀ, ਗੋਡੇ ਘਸ ਜਾਂਦੇ ਨੇ, ਤੁਹਾਨੂੰ ਮੰਗਣਾ ਪੈਂਦਾ ਜੀ। ਸੱਚ ਜਾਣਿਓ, ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਜਿਹੜੇ ਉਹ ਸਿਰਫ ਇਹ ਦੇਖਦੇ ਨੇ ਕਿ ਬੰਦੇ ਦੀ ਕਾਬਲੀਅਤ ਹੈਗੀ ਹੈ, ਲੜਾਈ ਲੜ ਸਕਦਾ ਇਹ, ਉਹ ਇਹ ਸੋਚ ਵਾਲੇ ਬੰਦੇ ਨੂੰ ਹਮੇਸ਼ਾ ਪਾਰਟੀ, ਦੇਖੋ ਸੀਨੀਅਰ ਲੀਡਰ ਨੇ, ਉਹਨਾਂ ਨੂੰ ਤਰਜੀਹ ਦੇਣੀ ਹੈ, ਉਹ ਪਾਰਟੀ ਦਾ ਇੱਕ ਸਿਸਟਮ ਹੈ। ਪਰੰਤੂ ਜਿੰਨੇ ਨੌਜਵਾਨ ਸਾਡਿਆਂ ਨੂੰ ਟਿਕਟ ਦਿੱਤੀ ਹੈ, ਜਿਹੜਾ ਬੰਦਾ ਲੜਾਈ ਲੜ ਸਕਦਾ ਹੈ, ਉਹਨਾਂ ਨੇ ਉਸੇ ਬੰਦੇ ਨੂੰ ਤਰਜੀਹ ਦਿੱਤੀ ਹੈ। ਅਤੇ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਜੋ ਮੈਨੂੰ ਮਿਲਿਆ, ਮੈਂ ਡਾਇਰੈਕਟਰ ਪੇਡਾ ਰਿਹਾ, ਮੈਂ ਵਾਈਸ ਚੇਅਰਮੈਨ ਰਿਹਾ PRDC ਦਾ, ਅਤੇ ਇਹ ਟਿਕਟ ਸੱਚ ਜਾਣਿਓ ਜਿੱਦੇ ਇਹ ਅਨਾਊਂਸ ਹੁੰਦੀ ਹੈ, ਮੈਨੂੰ ਪਤਾ ਨਹੀਂ ਹੁੰਦਾ ਸੀ ਕਿ ਮੇਰੀ ਇਹ ਹੋਣੀ ਹੈ, ਅਤੇ ਮੈਨੂੰ ਤਾਂ ਹੀ ਪਤਾ ਲੱਗਦਾ ਸੀ ਵੀ ਤੇਰੀ ਟਿਕਟ ਅਨਾਊਂਸ ਹੋ ਗਈ, ਜਾਂ ਮੈਨੂੰ ਵਾਈਸ ਚੇਅਰਮੈਨ ਨਹੀਂ ਦੇਤੀ। ਸੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਮੈਂ ਡਾਇਰੈਕਟਰ ਪੇਡਾ ਬਣਿਆ ਪਹਿਲੀ ਵਾਰੀ 2009 'ਚ, ਅਤੇ ਮੈਂ ਉਦੋਂ ਸਿੰਗਾਪੁਰ ਬੈਠਾ ਸੀ, ਅਤੇ ਮੈਨੂੰ ਉੱਥੇ ਫੋਨ ਆਇਆ ਵੀ ਤੈਨੂੰ ਡਾਇਰੈਕਟਰ ਬਣਾਤਾ। ਅਤੇ ਜਿਹਦੇ ਵਾਈਸ ਚੇਅਰਮੈਨ ਬਣਿਆ ਸੀ ਮੈਂ ਅਤੇ ਮੇਰਾ ਬਾਈ ਅਨਮੋਲ ਹੈ ਬੀਬਾਈ ਦੇ, ਅਸੀਂ ਇਕੱਠੇ ਜਾਂਦੇ ਸੀ ਭੀਖੀ ਤੋਂ, ਅਤੇ ਮੈਂ ਤਾਂ ਮੈਸੇਜ ਹੀ ਪੜ੍ਹਿਆ ਸੀ ਕਿ ਤੈਨੂੰ ਵਾਈਸ ਚੇਅਰਮੈਨ ਬਣਾਤਾ। ਸੋ ਕਦੇ ਜੋੜ ਤੋੜ ਕਰਨ ਦੀ ਲੋੜ ਨਹੀਂ ਪਈ ਹੈ, ਕਦੇ ਕੋਈ ਲਾਮਬੰਦੀ ਕਰਨ ਦੀ ਲੋੜ ਨਹੀਂ ਪਈ ਹੈ। ਕੋਸ਼ਿਸ਼ ਹੈ ਹੁਣ ਵੀ ਇਹੀ ਰਹੂਗੀ, ਮੇਰੀ ਸੋਚ ਜਿਹੜੀ ਹੈ, ਮੇਰਾ ਧੜਾ ਇੱਕ ਉਹ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀਆਂ ਅਤੇ ਇਹੀ ਬਣ ਕੇ ਕੰਮ ਕਰਨਾ। ਵਿਨਰਜੀਤ ਕਹਿੰਦੇ ਨੇ ਕਿ ਸਾਰਿਆਂ ਦੀ ਸਪੋਰਟ ਉਹਨਾਂ ਨੂੰ ਹੈ, ਆਪਣੇ ਦੀ ਸਪੋਰਟ ਉਹਨਾਂ ਦੇ ਨਾਲ ਹੈ, ਪਰ ਵਿਨਰਜੀਤ ਜਿਸ ਤਰ੍ਹਾਂ ਕਿ ਢੀਂਡਸਾ ਪਰਿਵਾਰ ਵੱਖ ਹੋ ਗਿਆ, ਅਕਾਲੀ ਦਲ ਦਾ ਪਰਿਵਾਰ ਸੀ ਉਹ ਵੀ ਜੀ, ਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਹਮੇਸ਼ਾ ਹੀ ਆਪਣਿਆਂ ਦੀ ਧੜੇਬੰਦੀ ਰਹੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਫਿਰ ਨਿਪਟਿਆ ਜਾਊਗਾ? ਨਿਪਟਿਆ ਤਾਂ ਦੇਖੋ ਜੀ, ਇਹ ਫੈਕਟ ਹੈ ਕਿ ਰਾਜਨੀਤੀ 'ਚ ਪਾਰਟੀ ਤੋਂ ਉੱਪਰ ਕੋਈ ਨਹੀਂ ਹੁੰਦਾ। ਇਹ ਐਗਜ਼ਾਮਪਲ ਜਥੇਦਾਰ ਟੌੜਾ ਸਾਹਿਬ ਜਿਹੜੇ ਸੀ, ਉਹਨਾਂ ਤੋਂ ਵੱਡਾ ਲੀਡਰ ਵੀ ਕੋਈ ਨਹੀਂ ਹੋਇਆ, ਬਹੁਤ ਵੱਡੇ ਪੰਥ ਦੇ ਕੌਮ ਦੇ ਲੀਡਰ ਹੋਏ ਨੇ। ਜਦੋਂ ਉਹ ਪਾਰਟੀ ਤੋਂ ਵੱਖ ਹੋ ਕੇ ਦੁਬਾਰਾ ਪਾਰਟੀ 'ਚ ਆਏ ਸੀ ਨਾ, ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਪਾਰਟੀ ਤੋਂ ਬਾਹਰ ਮਾਂ ਪਾਰਟੀ ਹੈ ਜਿਹੜੀ, ਉਹ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਅਤੇ ਮਾਂ ਪਾਰਟੀ 'ਚ ਇੱਜ਼ਤ ਹੁੰਦੀ ਹੈ। ਅਤੇ ਮੈਂ ਤਾਂ ਢੀਂਡਸਾ ਸਾਹਿਬ ਨੂੰ ਵੀ ਬੜਾ ਜ਼ੋਰ ਲਾਇਆ ਸੀ, ਸਾਰਿਆਂ ਨੇ, ਅਸੀਂ ਵੀ ਕੋਸ਼ਿਸ਼ ਕੀਤੀ ਸੀ, ਪਰੰਤੂ ਕਈ ਵਾਰੀ ਇਹ ਹੁੰਦਾ ਜੀ, ਬੰਦੇ ਨੂੰ ਲੱਗਣ ਇੱਕ ਸੈਚੂਰੇਸ਼ਨ ਪੁਆਇੰਟ ਆ ਜਾਂਦਾ ਕਈ ਵਾਰੀ ਲਾਈਫ 'ਚ ਬੰਦੇ ਦੇ, ਕਿ ਉਹ ਜਦੋਂ ਇੱਕ ਪੁਆਇੰਟ 'ਤੇ ਪਹੁੰਚਦਾ ਉਹਨੂੰ ਲੱਗਦਾ ਵੀ ਕਿ ਨਹੀਂ ਯਾਰ ਇਹ ਤਾਂ ਮੈਂ ਡਿਜ਼ਰਵ ਕਰਦਾ ਸੀ, ਇਹ ਤੋਂ ਬਾਅਦ ਵਾਟ ਨੈਕਸਟ। ਜਦੋਂ ਵਾਟ ਨੈਕਸਟ ਜਾਂਦਾ ਨਾ ਬੰਦਾ, ਤੇ ਉਦੋਂ ਫਿਰ ਹਮੇਸ਼ਾ ਮਾਰ ਖਾਂਦਾ। ਪਰ ਉਹਨਾਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਹੀਂ, ਅਸੀਂ ਨਜ਼ਰਅੰਦਾਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਦੇਖੋ ਕੋਈ ਵੀ ਲੀਡਰ ਹੈ, ਜੋ ਲੀਡਰ ਹੈ, ਵੋਟ ਜਸਮੀਤ ਜੀ ਇੱਕ ਦਾ ਵੀ, ਜਿਹੜੇ ਬੰਦੇ ਕੋਲ ਇੱਕ ਵੋਟ ਹੈ ਨਾ, ਉਹ ਵੀ ਲੀਡਰ ਹੈ, ਜਿਹਨੇ ਵੋਟ ਪਾਉਣੀ, ਜਿਹੜਾ ਮਤਦਾਨ ਕਰਦਾ। ਜਿੱਤ ਹਾਰ ਤਾਂ ਇੱਕ ਵੋਟ ਦੀ ਹੈ ਨਾ, ਤੇ ਮੇਰੇ ਲਈ ਤਾਂ ਇੱਕ ਵੋਟ ਵੀ ਕੀਮਤੀ ਹੈ। ਨਜ਼ਰਅੰਦਾਜ਼ ਜੇ ਉਹਨਾਂ ਨੇ ਬਹੁਤ ਸਾਲ ਸਿਆਸਤ ਕੀਤੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ, ਹਾਰਦੇ ਹੋਏ ਵੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਸੈਂਟਰ 'ਚ ਵਜ਼ੀਰੀਆਂ ਦਿੱਤੀਆਂ ਨੇ। ਬਹੁਤ ਸਾਰੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਬਜ਼ੁਰਗਾਂ ਨੂੰ, ਬੰਦੇ ਸਾਰਿਆਂ ਨੂੰ ਛੱਡ ਕੇ ਤੇ ਪਰਮਿੰਦਰ ਜੀ ਨੂੰ ਟਿਕਟ ਦਿੱਤੀ ਸੀ, ਜਦ ਕਿ ਅਸੀਂ ਤਾਂ ਚਲੋ 25 ਸਾਲ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹਾਂ। ਪਰਮਿੰਦਰ ਜੀ ਤਾਂ ਹਲੇ ਉਦੋਂ ਪਾਸ ਆਊਟ ਹੋ ਕੇ ਆਏ ਸੀ ਅਤੇ ਮਿਹਨਤ ਵੀ ਕੋਈ ਨਹੀਂ ਸੀ। ਸੋ ਉਹਨਾਂ ਨੂੰ ਵੀ ਉਦੋਂ ਨਿਵਾਜ਼ਿਆ ਗਿਆ ਸੀ ਟਿਕਟ ਦੇ ਨਾਲ, ਅਤੇ ਇੰਨਾ ਮਾਣ ਸਤਿਕਾਰ ਮੈਨੂੰ ਲੱਗਦਾ ਵੀ ਸ਼ਾਇਦ ਹੀ ਕਿਸੇ ਨੂੰ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਮਿਲਿਆ ਹੋਊਗਾ। ਅਤੇ ਇਹ ਫੈਕਟ ਹੈ ਕਿ ਉਹ ਸਨਮਾਨ ਨੂੰ ਮੈਂ ਇਹ ਵੀ ਮਹਿਸੂਸ ਕੀਤਾ ਇੱਕ ਦੋ ਵਾਰੀ ਕਿ ਪਰਮਿੰਦਰ ਹੋਰੀ ਤਾਂ ਨਹੀਂ ਜਾਣਾ ਚਾਹੁੰਦੇ ਸੀ, ਵੱਡੇ ਢੀਂਡਸਾ ਸਾਹਿਬ ਦਾ ਕਿਤੇ ਕੋਈ ਅੰਦਰ ਮਨ 'ਚ ਹੋਊਗੀ ਤਾਂ ਉਹਨਾਂ ਨੇ ਕੀਤਾ। ਹਾਂ, ਚੈਲੰਜ ਜਿਹੜੇ ਹੁੰਦੇ ਨੇ, ਜੇ ਵੱਡੀ ਚੁਣੌਤੀ ਨਹੀਂ ਹੋਊਗੀ ਤੇ ਫਿਰ ਲੜਨ ਦਾ ਸਵਾਦ ਵੀ ਕੋਈ ਨਹੀਂ ਹੈ ਨਾ। ਬਿਲਕੁਲ ਟਾਈਟ ਫਾਈਟ ਤਾਂ ਇਸ ਵਾਰ ਹੋਣੀ ਹੋਈ ਹੈ, ਕਿਉਂਕਿ ਇੱਕ ਪਾਸੇ ਢੀਂਡਸਾ ਪਰਿਵਾਰ ਹੋਏਗਾ ਤੇ ਦੂਸਰੇ ਪਾਸੇ ਆਪਾਂ ਕਾਂਗਰਸ ਦੀ ਗੱਲ ਕਰ ਲਈ ਤਾਂ ਵਿਜੇਂਦਰ ਸਿੰਗਲਾ ਦਾਅਵੇਦਾਰ ਨੇ ਜੀ, ਮੰਤਰੀ ਸਾਹਿਬ ਨੇ ਇਸ ਵਕਤ, ਔਰ ਤਕੜੇ ਪੋਲੀਟੀਕਲ ਬੈਕਗ੍ਰਾਉਂਡ ਉਹਨਾਂ ਦੀ ਹੈ। ਸੰਤਰਾਮ ਸਿੰਗਲਾ ਦੇ ਸਪੁੱਤਰ ਨੇ, ਕੈਬਨਿਟ ਮਿਨਿਸਟਰ ਰਹੇ ਨੇ ਸੰਤਰਾਮ ਸਿੰਗਲਾ, ਤੇ ਇਸ ਵਕਤ ਖੁਦ ਵੀ ਮੰਤਰੀ ਸਾਹਿਬ ਨੇ। ਉਹ ਹੋ ਗਏ ਦੋ ਚੀਜ਼ਾਂ, ਦੋ ਚੁਣੌਤੀਆਂ ਤੇ ਹੋ ਗਈਆਂ। ਤੀਸਰੀ ਹੋ ਗਈ ਆਮ ਆਦਮੀ ਪਾਰਟੀ ਦੀ, ਜੀ, ਭਗਵੰਤ ਮਾਨ। ਟਾਈਟ ਫਾਈਟ ਤੇ ਇਸ ਵਾਰ ਪੂਰੀ ਹੋਣੀ ਹੈ, ਤੇ ਵਿਨਰਜੀਤ ਸਿੰਘ ਗੋਲਡੀ ਕਿਸ ਤਰ੍ਹਾਂ ਦੇ ਨਾਲ ਟਾਈਟ ਫਾਈਟ ਦਾ ਮੁਕਾਬਲਾ ਕਰਨਗੇ, ਕਿਉਂਕਿ ਵਿਨਰਜੀਤ ਗੋਲਡੀ ਪਹਿਲੀ ਵਾਰ ਲੜ ਰਹੇ ਨੇ। ਮੈਂ ਜਸਮੀਤ ਜੀ ਇਹ ਕਹੂੰਗਾ,
ਸਭ ਤੋਂ ਪਹਿਲਾਂ ਤਾਂ ਨਾ ਜਦੋਂ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਕੋਈ ਚੀਜ਼ ਲਿਖੀ ਹੈ ਨਾ, ਉਸ ਓਟ ਆਸਰਾ ਉਸ ਗੁਰੂ ਦਾ ਹੈ। ਉਹੀ ਅਰਸ਼ ਤੋਂ ਫਰਸ਼ ਤੇ ਪਹੁੰਚਾਉਂਦਾ ਤੇ ਉਹੀ ਫਰਸ਼ ਤੋਂ ਅਰਸ਼ ਤੇ ਲੈ ਕੇ ਆਉਂਦਾ। ਤੇ ਦੂਜਾ ਫੈਸਲਾ ਹੁੰਦਾ ਸੰਗਤ ਦਾ। ਇਹੀ ਸਿੰਗਲਾ ਸਾਹਿਬ ਸੀ 15 ਦਿਨਾਂ 'ਚ ਜਦੋਂ ਮੈਂਬਰ ਪਾਰਲੀਮੈਂਟ ਜਿੱਤੇ ਸੀ ਨਾ, ਤੇ ਢੀਂਡਸਾ ਸਾਹਿਬ ਹਾਰੇ ਸੀ। ਜੇ ਤੁਹਾਨੂੰ ਯਾਦ ਹੋਵੇ ਇਤਿਹਾਸ ਦੇਖਿਓ, 15 ਦਿਨਾਂ 'ਚ ਢੀਂਡਸਾ ਸਾਹਿਬ ਵਾਲੇ ਬੰਦਿਆਂ ਨੇ ਨਾ ਲੱਡੂ ਵੰਡਦੇ ਸੀ ਵੀ ਬੜਾ ਵੀਕ ਕੈਂਡੀਡੇਟ ਆ ਗਿਆ ਜੀ, ਅਸੀਂ ਜਿੱਤ ਜਾਵਾਂਗੇ। ਤੇ ਫਿਰ ਬਾਜੀ ਪਲਟੀ ਨਾ। ਤੇ ਇਹੀ ਵਿਜੇਤਾ ਸਿੰਗਲਾ ਸੀ। ਉਦੋਂ ਬਾਅਦ ਭਗਵੰਤ ਮਾਨ ਆਇਆ ਤੇ ਭਗਵੰਤ ਮਾਨ ਸਾਹਿਬ ਨੇ ਇਹਨਾਂ ਦੀ ਜ਼ਮਾਨਤ ਜ਼ਬਤ ਕਰਾਈ। ਸੋ ਇਹ ਜਿਹੜੀ ਸੰਗਰੂਰ ਹਲਕਾ ਨਾ, ਸੰਗਰੂਰ ਜ਼ਿਲ੍ਹਾ ਬੇਸਿਕਲੀ ਕ੍ਰਾਂਤੀਕਾਰੀ ਜ਼ਿਲ੍ਹਾ ਹੈ। ਜਿਹੜੇ ਚੰਗੇ ਲੋਕਾਂ ਨੂੰ, ਜਿਹੜੇ ਇਹਨਾਂ ਦੀ ਗੱਲ ਕਰਦੇ ਨੇ, ਉਹਨਾਂ ਲੋਕਾਂ ਨੂੰ ਮਾਣ ਦਿੰਦੇ ਨੇ। ਪਰੰਤੂ ਹੁਣ ਕਈ ਵਾਰੀ ਸਾਡੇ ਬੰਦੇ ਨਾ ਜੀ ਮਾਣ ਲੈ ਕੇ ਤੇ ਉਹਨਾਂ ਨੂੰ ਮਾਣ ਨਹੀਂ ਬਖਸ਼ਦੇ। ਤੇ ਜਦੋਂ ਮਾਣ ਨਹੀਂ ਬਖਸ਼ਦੇ ਤੇ ਫਿਰ ਅਰਸ਼ ਤੋਂ ਫਰਸ਼ ਤੇ ਲਿਆਉਂਦੀ ਹੈ, ਸੰਗਤ ਲਿਆਉਂਦੀ ਹੈ। ਸੋ ਮੇਰੀ ਲੜਾਈ ਜਿਹੜੀ ਹੈ, ਮੈਂ MLA ਜਾਂ ਬਣਨਾ ਉਹ ਤਕਦੀਰ ਹੈ, ਉਹ ਸੰਗਤ ਦਾ ਫੈਸਲਾ ਹੈ, ਜਿਹੜੇ ਉੱਥੇ ਦੇ ਵੋਟਰ ਉਹਨਾਂ ਦਾ ਫੈਸਲਾ ਹੈ। ਬਟ ਇੱਕ ਚੀਜ਼ ਪੱਕੀ ਹੈ ਕਿ ਮੈਂ ਜੇ ਬਣੂੰਗਾ ਤਾਂ ਉਹ ਸੰਗਰੂਰ ਦਾ ਹਰ ਜਿਹੜਾ ਵੋਟਰ ਹੋਊਗਾ ਉਹ MLA ਹੋਊਗਾ। ਅੱਜ ਵਿਨਰਜੀਤ ਜਿਹੜਾ ਨਾ, ਉਹ ਅੱਜ ਵਿਨਰਜੀਤ ਨਹੀਂ ਲੜ ਰਿਹਾ, ਸੰਗਰੂਰ ਦਾ ਕੱਲਾ ਕੱਲਾ ਵੋਟਰ MLA ਲੜ ਰਿਹਾ ਹੈ। ਤੇ ਮੇਰੀ ਜਿਹੜੀ ਪੋਲਿਟਿਕਸ ਹੈ ਉਹ ਸੋਸ਼ਲ ਪੋਲਿਟਿਕਸ ਹੈ। ਮੈਂ ਜ਼ਿੰਦਗੀ 'ਚ ਸੋਸ਼ਲ ਕੰਮ ਨੂੰ ਪ੍ਰੈਫਰੈਂਸ ਦਿੱਤੀ ਹੈ। ਮੈਂ ਰਾਜਨੀਤੀ 'ਚ ਨਾ ਤਾਂ ਕਦੇ ਪਰਚਿਆਂ ਦੀ ਰਾਜਨੀਤੀ ਕਰਨੀ ਹੈ, ਨਾ ਕੀਤੀ ਹੈ, ਤੇ ਨਾ ਹੀ ਕਦੇ ਖਰਚਿਆਂ ਦੀ ਕਰਨੀ ਹੈ ਕਿ ਮੈਂ ਖਰਚੇ ਕਰਾਵਾਂ ਲੋਕਾਂ ਤੋਂ। ਇਹ ਵੀ ਨਹੀਂ ਰਾਜਨੀਤੀ ਕਰਨੀ। ਸੋ ਦੋਨੇ ਚੀਜ਼ਾਂ ਤੋਂ ਬਚ ਕੇ ਤੇ ਜਿੱਥੇ ਮੇਰਾ ਹੋਊਗਾ, ਮੈਨੂੰ ਤਾਂ ਚਾਹੇ ਭੂੰਜੇ ਬਿਠਾ ਲਓ ਜੀ, ਚਾਹੇ ਮੈਨੂੰ ਬੈਂਚ 'ਤੇ ਬਿਠਾ ਲਓ। ਮੈਨੂੰ ਅੱਜ ਟਿਕਟ ਮਿਲੀ ਹੈ। ਦੇਖੋ ਮਾਣ ਹੁੰਦਾ ਪਾਰਟੀ ਦਾ, ਬਹੁਤ ਵੱਡਾ ਖੁਸ਼ੀ ਹੁੰਦੀ ਹੈ, ਪਰ ਨਾਲ ਹੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਇਹ। ਕਿਉਂਕਿ ਟਿਕਟ ਮਿਲਣਾ ਨਹੀਂ, ਕੋਈ ਟਿਕਟ ਮਿਲਦੀ ਹੈ, ਮਿਲ ਜਾਂਦੀ ਹੈ, ਪਰ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਤੁਹਾਡੇ 'ਤੇ ਇੱਕ ਜ਼ਿੰਮੇਵਾਰੀ ਪਾਈ ਜਾਂਦੀ ਹੈ। ਤੇ ਹੁਣ ਜਿਹੜੀ ਆ ਬਹੁਤ ਜ਼ਿਆਦਾ ਜਿਹੜਾ ਅੱਗੇ ਨਾਲੋਂ ਸਿਸਟਮ ਨੂੰ, ਆਪਣੇ ਆਪ ਨੂੰ ਹੋਰ ਮਿਹਨਤ ਦੇ ਵਿੱਚ ਲਿਆਉਣਾ। ਪਹਿਲਾਂ ਅਸੀਂ ਮਿਹਨਤ ਕਰਦੇ ਸੀ ਕਿ ਜਿਵੇਂ ਜਿੱਧਰ ਜੀ ਕਰਦਾ, ਹੁਣ ਇੱਕ ਆਰਗੇਨਾਈਜ਼ਡ ਡਾਇਰੈਕਸ਼ਨ ਦੇ ਵਿੱਚ ਮਿਹਨਤ ਕਰਨੀ ਆ। ਸੋ ਇਸ ਕਰਕੇ ਬੜੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ। ਤੇ ਬਾਕੀ ਚੈਲੰਜ ਨੇ, ਲਾਈਫ ਚੈਲੰਜ ਨਾਲ। ਸਭ ਤੋਂ ਵੱਡਾ ਚੈਲੰਜ ਕਿਹੜੀ ਪਾਰਟੀ ਦੇ ਕੈਂਡੀਡੇਟ ਨੂੰ ਸਮਝੋਗੇ? ਦੇਖੋ ਚੈਲੰਜ ਤਾਂ ਬੰਦੇ ਦਾ ਆਪਣੇ ਆਪ ਨਾਲ ਹੁੰਦਾ ਜਸਮੀਤ ਜੀ। ਤੇ ਮੈਂ ਤਕੜਾ ਨਾ, ਤੇ ਕੋਈ ਤੁਹਾਡੇ ਸਾਹਮਣੇ ਤਕੜਾ ਨਹੀਂ। ਇਹ ਡਿਪਲੋਮੈਟਿਕ ਆਨਸਰ ਹੋ ਗਿਆ। ਨਾ, ਮੈਂ ਸਿੱਧੀ ਗੱਲ ਕਹਿਣਾ ਜੀ, ਕੋਈ ਡਿਪਲੋਮੈਟਿਕ ਨਹੀਂ। ਦੇਖੋ ਤਕੜੇ ਸਾਰੇ ਨੇ। ਹਰ ਬੰਦਾ ਜਿਹੜਾ ਚੋਣ ਮੈਦਾਨ 'ਚ ਆਉਂਦਾ, ਕੋਈ ਕਮਜ਼ੋਰ ਨਹੀਂ ਹੁੰਦਾ। ਆਪਣੇ ਆਪ ਨੂੰ ਸਭ ਤਕੜੇ ਕਰਕੇ ਆਉਂਦੇ, ਚਾਹੇ ਉਹ ਸਿੰਗਲਾ ਸਾਹਿਬ ਨੇ ਤੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆਊਗਾ। ਮੈਂ ਇਹ ਕਹਿਣਾ ਕਿ ਸਾਰੇ ਤਕੜੇ ਨੇ, ਪਰ ਜਿੱਥੇ ਮੈਂ ਖੜਾ ਉੱਥੇ ਫਿਰ ਮੈਂ ਹੀ ਤਕੜਾ ਜੀ। ਉੱਥੇ ਦੂਜਾ ਤਾਂ ਤਕੜਾ ਹੋ ਨਹੀਂ ਸਕਦਾ ਤੇ ਨਾ ਹੀ ਹੋਣ ਦੇਣਾ। ਸੋ ਲੜਾਈ ਜਿਹੜੀ ਹੈ ਸਭ ਤੋਂ ਪਹਿਲਾਂ ਜਿਹੜੀ ਹੈ ਮੇਰੀ, ਮੈਂ ਇਹ ਕਹਿਣਾ ਕਿ ਠੀਕ ਹੈ ਉਹਨਾਂ ਨੇ ਕੰਮ ਕੀਤਾ। ਸਿੰਗਲਾ ਸਾਹਿਬ ਮਿਨਿਸਟਰ ਰਹਿ ਗਏ, ਸਾਰਾ ਕੁਝ ਰਹੇ ਨੇ, ਮੈਂਬਰ ਪਾਰਲੀਮੈਂਟ ਰਹੇ ਨੇ। ਬਹੁਤ ਵੱਡੀ ਸਿਆਸਤ ਹੈ, ਪੀੜ੍ਹੀ ਦਰ ਪੀੜ੍ਹੀ ਸਿਆਸਤ ਚੱਲੀ ਆਉਂਦੀ ਹੈ ਉਹਨਾਂ ਦੀ। ਪਰੰਤੂ ਓਨਾ ਹੀ ਉਹਨਾਂ ਦੇ ਜਿੰਨਾ ਜੇ ਕੁਛ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕਹਿ ਰਹੇ ਨੇ ਕਿ ਅਸੀਂ ਕੀਤਾ, ਪਰ ਉਹਦੇ 'ਚ ਨੁਕਸਾਨ ਜਿਹੜਾ ਗਲਤ ਕੀਤਾ ਉਹ ਬਹੁਤ ਵੱਡਾ ਹੈ। ਅੱਜ ਸੰਗਰੂਰ ਦੇ ਲੋਕਾਂ ਤੋਂ ਪੁੱਛੋ ਜਿਹੜੀ ਕਮਿਸ਼ਨਾਂ ਦੀ ਰਾਜਨੀਤੀ ਕਿਵੇਂ ਚੱਲੀ ਹੈ, ਜਿਹੜੇ ਆਪਣੇ ਜਿਹੜੇ ਚਹੇਤਿਆਂ ਨੂੰ ਕੰਮ ਕਿਵੇਂ ਦਿੱਤਾ ਹੈ, ਪਾਰਦਰਸ਼ੀ ਢੰਗ ਨਾਲ ਕੰਮ ਕਿਉਂ ਨਹੀਂ ਹੋਇਆ। ਇੱਕ ਚੀਜ਼ ਦੱਸੋ, ਮੈਂ ਪਿੱਛੇ ਜੇ ਤੁਸੀਂ ਸ਼ਾਇਦ ਦੇਖਿਆ ਹੋਵੇ, ਜਿਹੜੀ ਹੌਟ ਮਿਕਸ ਪਲਾਂਟ ਜਿਹੜੀ ਸੜਕਾਂ ਦੀ ਠੇਕੇਦਾਰੀ ਕਰਦੇ ਨੇ, ਉਹਨਾਂ ਦੇ ਇੱਕ ਸਰਕਾਰ ਦੇ ਵਿੱਚ ਹੁੰਦੇ ਹੋਏ ਮਿਨਿਸਟਰ ਦੇ ਅਗੇਂਸਟ ਝੰਡਾ ਚੱਕ ਲਿਆ ਸੀ ਕਿ ਜੀ ਇਹ ਸਾਡੇ ਤੋਂ ਕਮਿਸ਼ਨ ਮੰਗਦੇ ਨੇ ਜੀ। ਸ਼ਰੇਆਮ ਬੋਲੇ ਸੀ। ਤੇ ਫਿਰ ਤੁਸੀਂ ਦੱਸੋ ਵੀ ਉਹ ਤੁਹਾਨੂੰ ਲੱਗਦਾ ਕਿ ਕਿਤੇ ਕਿਸੇ ਪਾਸੋਂ ਬੰਦਾ ਸਟਰੋਂਗ ਹੋਊਗਾ? ਠੀਕ ਹੈ, ਇਹ ਸਿੰਗਲਾ ਸਾਹਿਬ ਕੋਈ ਗੱਲ ਨਹੀਂ, ਆਪਣੀ ਰਾਜਨੀਤੀ ਕਰਦੇ ਨੇ। ਮੈਂ ਨਹੀਂ ਮੰਨਦਾ ਕਿ ਕੋਈ ਬੰਦਾ ਸਟਰੋਂਗ ਹੈ। ਇਟਸ ਓਕੇ। ਇਹ ਬਾਕੀ ਪਰਮਾਤਮਾ ਮਿਹਰ ਰੱਖਿਓ, ਸਭ ਕੁਝ ਸਹੀ ਹੋਊ। ਤੁਸੀਂ ਇੱਕ ਚੀਜ਼ ਹੋਰ ਕਹੀ ਕਿ ਪਰਚਿਆਂ ਤੇ ਖਰਚਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ। ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਵਿਨਰਜੀਤ ਸਿੰਘ ਗੋਲਡੀ ਤੇ ਵੀ ਕਈ ਪਰਚੇ ਹੋਏ ਨੇ। ਫਲੈਸ਼ਬੈਕ ਦੇ ਵਿੱਚ ਆਈਏ ਤੇ ਪਰਚੇ ਮੇਰੇ ਤੇ ਜੀ ਕਦੇ ਕੋਈ ਜਿਹੜੀ ਕਹਾ ਨਾ ਤਾਂ ਮੇਰਾ ਪਰਚਾ ਜਿਹੜਾ ਹੋਇਆ ਨਾ, ਉਹ ਮੇਰੇ ਲੜਾਈ ਜਿਹੜੀ ਹੈ, ਫਿਰ ਮੈਂ ਕਿਹਾ ਮੇਰੀ ਲੜਾਈ ਇੱਜ਼ਤ ਦੀ ਤੇ ਮਾਣ ਸਤਿਕਾਰ ਦੀ ਹੈ। ਮੈਂ ਕਦੇ ਕਿਸੇ ਤੇ ਪਹਿਲਾਂ ਵਾਰ ਨਹੀਂ ਕੀਤਾ। ਪਰਚਾ ਹੋਇਆ ਤਾਂ ਮੇਰੇ ਤੇ ਜੇ ਵਾਰ ਹੋਇਆ ਤਾਂ ਵਾਰ ਦਾ ਜਿਹੜਾ ਜਵਾਬ ਦਿੱਤਾ ਨਾ, ਉਹਦੇ ਕਰਕੇ ਪਰਚਾ ਹੈ। ਮੇਰਾ ਕੋਈ ਪਰਚਾ, ਮੇਰੇ ਤੇ ਪਰਚੇ ਕਿਹੜਾ ਕੋਈ ਮੈਂ ਕਿਸੇ ਦਾ ਕਤਲ ਜਾਂ ਕਿਸੇ ਨੂੰ ਠੱਗੀ ਜਾਂ ਕਿਸੇ ਨਾਲ ਕੋਈ ਜ਼ੁਰਮ ਨਹੀਂ ਕੀਤਾ। ਮੈਂ ਤਾਂ ਜੇ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਅਟੈਕ ਹੋਇਆ, ਉਹਦਾ ਪਰਚਾ ਹੋਇਆ, ਉਹ ਮੈਂ ਕਰਾਇਆ। ਠੀਕ ਹੈ, ਪਰੰਤੂ ਉਹ ਚਲੋ ਸਮੇਂ ਦੀ ਨਾਲ ਸੀ, ਉਹ ਜ਼ਰੂਰੀ ਸੀ। ਜਦੋਂ ਤੁਹਾਨੂੰ ਮਾਰ ਨਹੀਂ ਪੈ ਗਿਆ ਤੇ ਫਿਰ ਮਾਰਨ ਵਾਸਤੇ ਤਾਂ ਜੀ ਉਹਨੂੰ ਬਚਾ ਤਾਂ ਕਰਨਾ ਹੀ ਆ ਨਾ। ਤੇ ਪਰੰਤੂ ਮੈਂ ਕਦੇ ਅੱਜ ਤੱਕ ਮੇਰੇ ਤੇ ਕੋਈ ਇਹੋ ਜਿਹਾ ਪਰਚਾ ਨਹੀਂ ਹੈ ਕਿ ਜਿਹਦੇ ਨਾਲ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਕਿ ਮੈਂ ਇਹ ਗਲਤ ਕੀਤਾ। ਤੇ ਨਾ ਹੀ ਅੱਜ ਤੱਕ ਜ਼ਿੰਦਗੀ 'ਚ ਮੈਂ ਕਿਸੇ ਦਾ ਕਦੇ ਮਾੜਾ ਕੀਤਾ ਤੇ ਨਾ ਹੀ ਮਾੜਾ ਤੱਕਿਆ ਜੀ। ਇੱਕ ਵਾਰ ਫਿਰ ਆਪਾਂ ਸੰਗਰੂਰ ਕਨਸਟੀਚੁਐਂਸੀ ਦੀ ਗੱਲ ਕਰ ਲੈਂਦੇ ਹਾਂ। ਸੰਗਰੂਰ ਹਲਕੇ ਤੋਂ ਜ਼ਿਆਦਾਤਰ ਹਿੰਦੂ ਚਿਹਰੇ ਜਿੱਤਦੇ ਰਹੇ ਨੇ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਵੇਖਦੇ? ਬਹੁਤ ਵਧੀਆ ਸਵਾਲ ਕੀਤਾ ਜਸਮੀਤ ਜੀ। ਜਿਹੜੀ ਇੱਥੇ ਹੁਣ ਰਾਜਨੀਤੀ, ਜੇ ਮੈਂ ਕਿਹਾ ਨਾ ਧਰਮ ਤੇ ਜਾਤ ਦੀ ਰਾਜਨੀਤੀ ਹੈ,
ਸਿੰਗਲਾ ਸਾਹਿਬ ਇਹੀ ਰਾਜਨੀਤੀ ਕਰਦੇ ਰਹੇ ਨੇ। ਸਿੰਗਲਾ ਸਾਹਿਬ ਜਿਹੜੀ ਹੈ ਇਹ ਰਾਜਨੀਤੀ ਜਿਹੜੀ ਹੈ ਬਹੁਤ ਖਤਰਨਾਕ ਹੈ, ਸਾਡੇ ਸਮਾਜ ਨੂੰ ਵੰਡਣ ਵਾਸਤੇ ਕਰਦੇ ਨੇ। ਮੈਂ ਕਹਿੰਦਾ ਸਭ ਤੋਂ ਵੱਡਾ ਧਰਮ ਤੇ ਸਭ ਤੋਂ ਵੱਡੀ ਜਾਤ ਜਿਹੜੀ ਹੈ ਨਾ ਇਨਸਾਨ ਦੀ, ਉਹ ਇਨਸਾਨੀਅਤ ਹੈ। ਇਹ ਇਨਸਾਨੀਅਤ ਨੂੰ ਛੱਡ ਕੇ ਇਹ ਪੋਲਰਾਈਜੇਸ਼ਨ ਕਰਦੇ ਨੇ ਕਿ ਇਹ ਹਿੰਦੂ ਹੈ, ਇਹ ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਇਹ ਫਲਾਣੀ ਜਾਤ ਦਾ, ਇਹ ਫਲਾਣੀ ਜਾਤ ਹੈ, ਉੱਚੀ ਜਾਤ ਹੈ, ਨੀਵੀਂ ਜਾਤ ਹੈ। ਇਹ ਸਮੀਕਰਨ ਜਿਹੜੇ ਨੇ ਇਹਨਾਂ ਵੱਲੋਂ ਬਣਾਏ ਜਾਂਦੇ ਨੇ। ਮੈਂ ਇੱਕ ਗੱਲ ਕਹਿਣਾ ਕਿ ਮੇਰੀ ਜਾਤ ਜਿਹੜੀ ਹੈ ਸਭ ਤੋਂ ਵੱਡੀ ਜਾਤ ਹੈ, ਉਹ ਇਨਸਾਨੀਅਤ ਹੈ। ਮੇਰਾ ਧਰਮ ਇਨਸਾਨੀਅਤ ਹੈ। ਤੇ ਮੈਂ ਜ਼ਿੰਦਗੀ 'ਚ ਜੇ ਤੁਸੀਂ ਅੱਜ ਹੁਣ ਤਾਂ ਇਲੈਕਸ਼ਨ ਲੜਨ ਲੱਗਿਆ ਨਾ, ਤੁਸੀਂ ਮੇਰੇ ਅੱਜ ਤੋਂ 10 ਸਾਲ ਪਹਿਲਾਂ ਦੀ ਵੀ ਸਪੀਚ ਸੁਣੋਗੇ। ਮੈਂ ਬਹੁਤ ਦੁਨੀਆ 'ਚ ਬਹੁਤ ਟਰੈਵਲ ਕੀਤਾ। ਆਸਟ੍ਰੇਲੀਆ ਦੀ ਧਰਤੀ 'ਤੇ ਮੈਨੂੰ ਜਿਹੜਾ ਇੱਕ ਐਂਬੈਸਡਰ ਆਫ ਹਿਊਮੈਨਿਟੀ ਦਾ ਮੈਨੂੰ ਅਵਾਰਡ ਮਿਲਿਆ ਸੀ ਉੱਥੇ ਦੀ ਜਿਹੜੇ ਸਾਡੇ ਇੰਡੀਅਨ ਸੀ ਉਹਨਾਂ ਵੱਲੋਂ ਦਿੱਤਾ ਸੀ। ਤੇ ਮੈਂ ਹਿਊਮੈਨਿਟੀ ਦੀ ਗੱਲ ਕਰਦਾ, ਮੈਂ ਹਮੇਸ਼ਾ ਇਨਸਾਨੀਅਤ ਦੀ ਗੱਲ ਕਰਨੀ ਹੈ ਤੇ ਇਨਸਾਨੀਅਤ ਦੀ ਗੱਲ ਕਰੂੰਗਾ। ਤੇ ਇਹ ਜਿਹੜੇ ਲੋਕ ਨੇ ਇਹ ਮੈਂ ਤੁਹਾਨੂੰ ਦੱਸਿਆ ਕਿ ਧਰਮ ਦੀ ਰਾਜਨੀਤੀ ਤੇ ਜਾਤਾਂ ਪਾਤਾਂ ਦੀ ਰਾਜਨੀਤੀ ਕਰਦੇ ਤੇ ਜਿਹੜੀ ਬਹੁਤ ਮਾੜੀ ਹੈ ਤੇ ਸਾਡੇ ਸਮਾਜ ਨੂੰ ਦੇ ਵਿੱਚ ਜਿਹੜਾ ਗੰਦਲਾਪਨ ਆਇਆ ਤਾਂ ਉਹ ਇਹਨਾਂ ਦੀ ਲੋਕਾਂ ਦੀ ਰਾਜਨੀਤੀ ਕਰਕੇ। ਤੇ ਇੱਕ ਚੀਜ਼ ਹੋਰ ਹੈ ਕਿ ਹੁਣ ਕੈਪਟਨ ਸਾਹਿਬ, ਬੀਜੇਪੀ ਤੇ ਢੀਂਡਸਾ ਪਰਿਵਾਰ ਦੇ ਗੱਠਜੋੜ ਦੀ ਗੱਲ ਚੱਲ ਰਹੀ ਹੈ। ਇਸ ਦਾ ਲੱਗਦਾ ਕਿ ਇਸ ਹਲਕੇ ਦੇ ਵਿੱਚ ਕੋਈ ਅਸਰ ਵੇਖਣ ਨੂੰ ਮਿਲੇਗਾ? ਦੇਖੋ ਅਸਰ ਤਾਂ ਜਿਹੜਾ ਹੋਣਾ ਜੀ ਜਸਮੀਤ ਜੀ ਅਨਡਾਊਟਲੀ ਸਾਰੇ ਕਿਤੇ ਹਰ ਚੀਜ਼, ਕਿਉਂਕਿ ਹਰ ਪਾਰਟੀ ਦੇ ਬੰਦੇ ਨੇ। ਬਟ ਇੱਕ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਢੀਂਡਸਾ ਸਾਹਿਬ ਪਰਮਿੰਦਰ ਜੀ ਦੇ ਬਿਆਨ ਦੇਖੋ ਪਿਛਲੇ 3 ਸਾਲਾਂ ਦੇ 4 ਸਾਲਾਂ ਦੇ ਜਦੋਂ ਤੋਂ ਵੱਖ ਹੋਏ ਨੇ, ਤਾਂ ਉਦੋਂ ਉਹ ਇੱਕੋ ਗੱਲ ਕਹਿੰਦੇ ਸੀ ਵੀ ਕੈਪਟਨ ਤੇ ਬਾਦਲ ਸਾਹਿਬ ਮਿਲੇ ਹੋਏ ਨੇ, ਕੈਪਟਨ ਸਾਹਿਬ ਤੇ ਬਾਦਲ ਸਾਹਿਬ ਮਿਲੇ ਹੋਏ ਨੇ। ਫਿਰ ਕਹਿੰਦੇ ਸੀ ਬਾਦਲ ਸਾਹਿਬ ਤੇ ਬੀਜੇਪੀ ਮਿਲੀ ਹੋਈ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਕਿਹੜੀ ਕਿੱਥੋਂ ਕੱਢ ਲਿਆਂਦਾ ਵੀ ਹੁਣ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਮਿਲੇ ਨੇ, ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਮਿਲੇ ਨੇ, ਕਿ ਮਤਲਬ ਮੋਦੀ ਸਾਹਿਬ ਤੇ ਢੀਂਡਸਾ ਸਾਹਿਬ ਮਿਲੇ ਨੇ। ਦੇਖੋ ਸਭ ਦਾ ਮਕਸਦ ਕੀ ਹੈ, ਇਹਨਾਂ ਦਾ ਸਾਰਿਆਂ ਦਾ ਮਕਸਦ ਇੱਕੋ ਹੈ ਕਿ ਅਸੀਂ ਕੁਰਸੀ ਤੇ ਵਿਰਾਜਮਾਨ ਕਿਵੇਂ ਹੋਈਏ। ਚਾਹਣਾ ਮੁੱਖ ਮੰਤਰੀ ਦੀ ਕੁਰਸੀ ਦੀ ਹੈ, ਚਾਹਣਾ ਮਿਨਿਸਟਰੀ ਦੀ ਹੈ। ਤੇ ਦੇਖੋ ਕੰਮ ਜਦੋਂ ਕਰਦਾ ਨਾ ਜਿਹੜਾ ਬੰਦਾ ਮਿਹਨਤ ਕਰੂ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਪੰਜਾਬ 'ਚ ਬਹੁਤ ਸਾਰੇ ਮੁੱਖ ਮੰਤਰੀ ਹੋਏ, ਹੁਣ ਤੋਂ ਪਹਿਲਾਂ ਹੋਏ, ਬਹੁਤਾਂ ਦੇ ਅੱਗੇ ਉਹਨਾਂ ਦੇ ਸਪੁੱਤਰ ਵੀ ਨੇ। ਕੈਪਟਨ ਸਾਹਿਬ ਦਾ ਵੀ ਬੇਟਾ ਹੈ, ਅੱਗੇ ਹੋਰ ਕੈਰੋਂ ਸਾਹਿਬ, ਜਿੰਨੇ ਮੁੱਖ ਮੰਤਰੀ ਬਰਨਾਲਾ ਸਾਹਿਬ ਹੋਏ ਜਾਂ ਹੋਰ ਹੋਏ, ਵੱਡੇ ਮੁੱਖ ਮੰਤਰੀ ਜਿਹੜੇ ਚਿਹਰੇ ਹੋਏ ਨੇ ਪੰਜਾਬ ਦੇ, ਬੀਬੀ ਭੱਠਲ ਹੋਏ ਨੇ, ਹਰਚਰਨ ਬਰਾੜ ਸਾਹਿਬ ਹੋਏ ਨੇ, ਸਾਰਿਆਂ ਦੇ ਅੱਗੇ ਬੱਚਿਆਂ ਨੇ ਵੀ ਟਰਾਈ ਕੀਤਾ। ਪਰ ਉਹਨਾਂ 'ਚੋਂ ਸਭ ਤੋਂ ਵੱਧ ਬਾਕੀ ਵੀ ਹੋਏ ਨੇ ਕਾਮਯਾਬ, ਇਹ ਨਹੀਂ ਕਹਿੰਦਾ ਕਿ ਨਹੀਂ ਹੋਏ, ਬਿਆਨ ਸਿੰਘ ਹੋਏ ਨੇ, ਪਰ ਜੇ ਉਹਨਾਂ 'ਚੋਂ ਸਭ ਤੋਂ ਵੱਧ ਕਾਮਯਾਬ ਕੌਣ ਹੋਇਆ? ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ। ਹਰ ਫਾਦਰ ਚਾਹੁੰਦਾ ਕਿ ਮੇਰਾ ਬੱਚਾ ਪ੍ਰਮੋਟ ਹੋਵੇ, ਪਰ ਕਿਉਂ ਕਾਮਯਾਬ ਹੋਏ? ਬੰਦੇ ਦੀ ਮਿਹਨਤ ਜਿਹੜੀ ਹੈ ਨਾ ਉਹ ਉਹਨੂੰ ਕਾਮਯਾਬੀ ਵੱਲ ਲੈ ਕੇ ਜਾਂਦੀ ਹੈ। ਤੇ ਇਹਨਾਂ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜਿੰਨੀਆਂ ਪਾਰਟੀਆਂ, ਜਿੰਨੇ ਲੀਡਰ ਨੇ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਢਾਈਏ ਤੇ ਢਾਹ ਕੇ ਤਾਂ ਅਸੀਂ ਪੰਜਾਬ ਦੀ ਸੱਤਾ ਤੇ ਕਾਬਜ਼ ਕਿਵੇਂ ਹੋਈਏ। ਬਸ ਇਹੀ ਮਕਸਦ ਨਾਲ ਸਾਰੇ ਜੋੜ ਤੋੜ ਜਿੰਨੇ ਨੇ ਨਾ ਜੀ ਇਹ ਸਾਰੇ ਇਸੇ ਕੰਮ ਨੇ, ਹੋਰ ਕੋਈ ਮਕਸਦ ਨਹੀਂ। ਪਰ ਤੁਸੀਂ ਬਰਨਾਲਾ ਪਰਿਵਾਰ ਦੀ ਗੱਲ ਕੀਤੀ, ਉਹਨਾਂ ਦੀ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦਾ ਪਰਿਵਾਰ ਵੀ ਇਸ ਵਕਤ ਅਕਾਲੀ ਦਲ ਤੋਂ ਨਾਰਾਜ਼ ਹੈ। ਟਿਕਟ ਨੂੰ ਲੈ ਕੇ ਉਹਨਾਂ ਦੀ ਪੁੱਤਰ ਵਧੂ ਨੂੰ ਕਹਿੰਦੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਟਿਕਟ ਮਿਲਣੀ ਚਾਹੀਦੀ ਸੀ, ਅਸੀਂ ਕੋਸ਼ਿਸ਼ਾਂ ਕਰ ਰਹੇ ਸੀ, ਟਿਕਟ ਸਾਨੂੰ ਨਾ ਦੇ ਕੇ ਕਿਸੇ ਹੋਰ ਕੈਂਡੀਡੇਟ ਨੂੰ ਦਿੱਤੀ ਗਈ, ਪ੍ਰਕਾਸ਼ ਚੰਦ ਗਰਗ ਨੂੰ ਤੁਰੀ ਭੇਜਿਆ ਗਿਆ। ਜੀ ਦੇਖੋ ਪਤਾ ਕੀ ਹੈ ਜੀ, ਮੈਂ ਫਿਰ ਕਿਹਾ ਪਾਰਟੀ ਬਹੁਤ ਕੁਛ ਦੇਖਦੀ ਹੈ। ਟਿਕਟਾਂ ਜਿਹੜੀਆਂ ਨੇ ਮੈਨੂੰ ਨਹੀਂ ਲੱਗਦਾ, ਮੈਂ ਸਿਮਰ ਪ੍ਰਤਾਪ ਯੰਗ ਮੁੰਡਾ ਹੈ ਜਿਹਦੇ ਲਈ ਉਹ ਟਿਕਟ ਮੰਗਦੇ ਸੀ, ਮੇਰਾ ਭਰਾ ਹੈ ਛੋਟਾ, ਉਹਨੂੰ ਮੈਂ ਯੂਥ ਪ੍ਰਧਾਨ ਦੇ ਤੌਰ ਤੇ ਵੀ ਹਮੇਸ਼ਾ ਪ੍ਰਮੋਟ ਕਰਦੇ ਰਿਹਾ। ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਰਾਜਨੀਤੀ ਦੇ ਵਿੱਚ ਕਦੇ ਵੀ ਤੁਸੀਂ ਨਾ ਇੱਕ ਚੀਜ਼ ਤੋਂ ਭੱਜੋ ਨਾ। ਹੁਣ ਨਹੀਂ ਲੱਗੂ, 50 ਸਾਲਾਂ ਨੂੰ ਲੱਗ ਜੂ, 50 ਨੂੰ ਉਹਦੀ 50 ਸਾਲ ਦੀ ਸਿਆਸਤ ਪਈ ਹੈ। ਕੀ 50 ਸਾਲਾਂ ਦੀ ਸਿਆਸਤ ਕੀ ਅਸੀਂ ਕੱਲੀ ਟਿਕਟ ਹੀ ਹੈ ਪਾਰਟੀ 'ਚ? ਪਾਰਟੀ 'ਚ ਬਹੁਤ ਵੱਡੇ ਅਹੁਦੇ ਹੁੰਦੇ ਨੇ, ਤੁਸੀਂ ਕੰਮ ਕਰਨ ਵਾਲੇ ਚਾਹੀਦੇ ਹੋ, ਸੇਵਾ ਕਰਨੀ ਹੈ। ਮੈਂ ਅੱਜ ਤੱਕ ਜ਼ਿੰਦਗੀ 'ਚ ਮੈਂ ਕਿਹਾ ਮੈਂ ਵਾਈਸ ਚੇਅਰਮੈਨ ਰਿਹਾ, ਕੁਛ ਵੀ ਰਿਹਾ, ਕਿਸੇ ਅਹੁਦੇ 'ਤੇ ਰਿਹਾ, ਤੇ ਮੈਂ ਪਾਰਟੀ ਸੇਵਾ ਕੀਤੀ ਹੈ। ਤੇ ਅੱਜ ਜੇ ਪਾਰਟੀ ਨੇ ਮੈਨੂੰ ਸੁਣਿਆ ਤੇ ਮੈਂ ਅੱਜ ਕੰਮ ਇਸ ਲੈਵਲ 'ਤੇ ਪਹੁੰਚਿਆ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਨੁਸਰਤ ਇਕਰਾਮ ਬੱਗੇ ਖਾਂ, ਤੁਸੀਂ ਮਲੇਕੋਲਾ ਤੋਂ ਟਿਕਟ ਮਿਲੀ ਹੈ, 2002 ਤੋਂ 97 ਤੋਂ 2002 ਤੱਕ ਮਿਨਿਸਟਰ ਰਹੇ ਹੋ। 2002 ਤੋਂ 2021 ਆ ਗਿਆ, 19 ਸਾਲਾਂ 'ਚ ਉਸ ਇਨਸਾਨ ਨੇ ਮਿਨਿਸਟਰ ਰਹਿ ਗਿਆ, ਕੈਬਨਿਟ ਮਿਨਿਸਟਰ ਸੀ। ਉਸ ਬੰਦੇ ਨੇ ਕਦੇ ਪਾਰਟੀ ਦਾ ਨਾ ਕੋਈ ਰੈਲੀ ਛੱਡੀ, ਨਾ ਕੋਈ ਪ੍ਰੋਗਰਾਮ ਛੱਡਿਆ, ਨਾ ਕੁਝ ਹੋਰ ਛੱਡਿਆ, ਤੇ ਨਾ ਹੀ ਕਦੇ ਉਹਨੇ ਕਿਸੇ ਦੀ ਵਿਰੋਧਤਾ ਕੀਤੀ। ਮਤਲਬ 2007, 12, 17 ਤਿੰਨ ਇਲੈਕਸ਼ਨ ਲੰਘੀਆਂ, ਤਿੰਨਾਂ 'ਚ ਉਹਨਾਂ ਨੇ ਜੋ ਕੈਂਡੀਡੇਟ ਪਾਰਟੀ ਨੇ ਦਿੱਤਾ ਉਹ ਪਾਰਟੀ ਨੂੰ ਉਹਨੇ ਸਮਰਪਣ ਨਾਲ ਉਹਦੀ ਮਦਦ ਕੀਤੀ। ਤੇ ਅੱਜ ਦੇਖੋ ਉਸੇ ਦਾ ਨਤੀਜਾ ਹੈ। ਪਾਰਟੀ ਪ੍ਰਤੀ ਵਫਾਦਾਰੀ ਜਿਹੜੀ ਹੈ ਨਾ
ਬਹੁਤ ਵੱਡੀ ਚੀਜ਼ ਹੈ। ਐਤਕੀ ਨਹੀਂ ਮਿਲੀ, ਅਗਲੀ ਵਾਰ ਮਿਲ ਜੂਗੀ। ਤੇ ਇਹਦੇ 'ਚ ਮਾਯੂਸ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿ ਆਪਾਂ ਕਹੀਏ ਕਿ ਹਾਂਜੀ ਮੈਨੂੰ ਨਹੀਂ ਦਿੱਤੀ ਤੇ ਮੈਂ ਕਰ ਲਾਂ। ਨਹੀਂ ਕਰਨਾ ਚਾਹੀਦਾ। ਪਾਰਟੀ ਦੀ ਲਾਈਨ ਹੈ, ਪਾਰਟੀ ਜੋ ਸੋਚਦੀ ਹੈ, ਵਿਚਾਰ ਕਰਦੀ ਹੈ, ਬਹੁਤ ਚੰਗਾ ਕਰਦੀ ਹੈ। ਮਿਹਨਤ ਕਰਨ ਅਗਲੀ ਵਾਰ ਕਿਤੋਂ ਨਾ ਕਿਤੋਂ ਵਾਰੀ ਲੱਗ ਹੀ ਜਾਣੀ ਹੈ ਜੀ। ਬਿਲਕੁਲ। ਮੇਰਾ ਇੱਕ ਲਾਸਟ ਸਵਾਲ ਹੈ, ਮੈਂ ਵੀਡੀਓਜ਼ ਦੇਖ ਰਹੀ ਸੀ ਤੁਹਾਡੀ, ਮੈਂ ਇੱਕ ਵੀਡੀਓ ਦੇਖੀ ਲੱਖੇ ਸਿਧਾਣੇ ਨੂੰ ਲੈ ਕੇ ਜੀ। ਲੱਖੇ ਸਿਧਾਣੇ ਨਾਲ ਕੀ ਰੌਲਾ ਸੀ? ਰੌਲਾ ਮੇਰਾ ਨਾ ਇੱਕੋ ਹੀ ਰੌਲਾ ਰਹਿੰਦਾ ਹੈ ਕਿ ਲੀਡਰ ਜਿਹੜਾ ਨਾ ਰੋਲ ਮਾਡਲ ਹੁੰਦਾ ਹੈ ਸੁਸਾਇਟੀ ਦਾ। ਮੈਂ ਆਲਵੇਜ਼ ਕਹਿਣਾ, ਮੈਂ ਚੈਨਲਸ ਨੂੰ ਵੀ ਕਹਿਣਾ, ਮੈਂ ਬਹੁਤ ਜਗ੍ਹਾ ਬੋਲਿਆ ਕਿ ਇਹ ਨਹੀਂ ਹਰ ਬੰਦਾ ਜਿਹੜਾ ਚੰਗਾ ਕੰਮ ਕਰਦਾ। ਲੱਖਾ ਜਿੱਥੇ ਚੰਗਾ ਕੰਮ ਕਰਦਾ ਉੱਥੇ ਲੱਖੇ ਦੀ ਵੀ ਤਾਰੀਫ ਕਰਾਂਗੇ। ਉਹਨੇ ਜਦੋਂ ਜਿਹੜੀ ਕਨਵਰਜਨ 'ਤੇ ਗੱਲ ਕੀਤੀ, ਜਦੋਂ ਆਪਣੇ ਧਰਮ ਪਰਿਵਰਤਨ ਦੀ ਗੱਲ ਹੋਈ ਸੀ, ਉੱਥੇ ਮੈਂ ਕਿਹਾ ਵੀ ਹੈ ਵੀ ਠੀਕ ਹੈ। ਪਰੰਤੂ ਜਿੱਥੇ ਗਲਤ ਹੈ, ਜਿੱਥੇ ਤੁਸੀਂ ਇੱਕ ਲੋਕਾਂ ਨੂੰ ਇੱਕ ਮਾੜੀ ਨਜ਼ਰ, ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਤੁਸੀਂ ਇਹਨਾਂ ਨੂੰ ਸਵਾਲ ਪੁੱਛੋ, ਇਹਨਾਂ ਦੇ ਡਲੇ ਮਾਰੋ, ਲੀਡਰਾਂ ਦੀ ਇਮੇਜ ਨੂੰ ਖਰਾਬ ਕਰ ਰਹੇ ਹੋ। ਜਿਹੜਾ ਮੈਂ ਇੱਥੇ ਇੱਕ ਹੋਰ ਉਸ ਤੋਂ ਲੱਖੇ ਸਿਧਾਣੇ ਵਿੱਚ ਹੀ ਗੱਲ ਕਰਨੀ ਚਾਹੁੰਦਾ, ਸਾਡੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਵਿਰਾਸਤ ਸੀ ਉਹ ਭਾਸ਼ਾ, ਤਹਿਜ਼ੀਬ ਤੇ ਸਤਿਕਾਰ ਸੀ। ਉਹ ਜਦੋਂ ਦੀ ਆਮ ਆਦਮੀ ਪਾਰਟੀ ਹੈ ਜਾਂ ਉਦੋਂ ਜਦੋਂ ਦੇ ਇਹੋ ਜਿਹੇ ਲੋਕ ਆਏ ਨੇ, ਉਹ ਖਤਮ ਕਰ ਦਿੱਤੀ ਹੈ। ਉਹਨਾਂ ਨੇ ਮਤਲਬ ਇਹਨੂੰ ਕੋਸ਼ਿਸ਼ ਕੀਤੀ ਹੈ ਕਿ ਲੀਡਰਾਂ ਨੂੰ ਸਵਾਲ ਕਰੋ ਜਾਂ ਉਹਨੂੰ ਸਵਾਲ ਦੇ ਨਾਂ 'ਚ ਮਤਲਬ ਇੱਕ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੇ ਲੱਖੇ ਨਾਲ ਮੇਰਾ ਕੋਈ ਪਰਸਨਲ, ਲੱਖਾ ਆਪਦੀ ਜਗ੍ਹਾ 'ਤੇ ਕੰਮ ਕਰਦਾ ਹੈ, ਪਰੰਤੂ ਮੇਰਾ ਇਹ ਹੈ ਕਿ ਰੋਲ ਮਾਡਲ, ਸੁਸਾਇਟੀ ਦਾ ਰੋਲ ਮਾਡਲ ਕੌਣ ਹੈ? ਤੁਸੀਂ ਸੁਸਾਇਟੀ ਨੂੰ ਦੇਖ ਹੀ ਰਹੇ ਹੋ। ਜਦੋਂ ਸਾਡੇ ਬੱਚੇ ਨੇ, 18 ਸਾਲ ਦਾ ਬੱਚਾ, ਟੀਨੇਜਰ ਹੈ, 16 ਸਾਲ ਦਾ ਬੱਚਾ ਹੈ, ਉਹ ਜੋ ਸੋਸ਼ਲ ਮੀਡੀਆ 'ਤੇ ਦੇਖਦਾ, ਜੋ ਸੁਣਦਾ, ਅਸੀਂ ਨਾਰਥ ਵਾਲੇ ਨਾ ਬੇਸਿਕਲੀ ਪੰਜਾਬੀ ਸੁਣਦੇ ਵੱਧ ਹਾਂ, ਅਸੀਂ ਪੜ੍ਹਦੇ ਘੱਟ ਹਾਂ। ਜੋ ਦੇਖਦਾ ਉਹ ਉਸੇ ਨੂੰ ਫੋਲੋ ਕਰਦਾ ਹੈ। ਤੇ ਮੈਂ ਹਮੇਸ਼ਾ ਜ਼ਿੰਦਗੀ 'ਚ ਕਿਹਾ ਕਿ ਸਾਰਥਿਕ ਲੋਕਾਂ ਨੂੰ, ਚੰਗੇ ਲੋਕਾਂ ਨੂੰ ਫੋਲੋ ਕਰੋ, ਚਾਹੇ ਉਹ ਤੁਹਾਡਾ ਵਿਰੋਧੀ ਹੈ ਤੇ ਚਾਹੇ ਉਹ ਤੁਹਾਡੇ ਪੱਖ ਦਾ ਹੈ। ਸੋ ਮੇਰੀ ਲੜਾਈ ਉੱਥੇ ਇਹ ਸੀ ਕਿ ਜਦੋਂ ਤੁਸੀਂ ਉਹ ਲੋਕ ਜਿਹੜੇ ਨੇ ਉਹ ਗਲਤ ਕਰਦੇ ਨੇ, ਜਦੋਂ ਗਲਤ ਕਰਨਗੇ, ਚਾਹੇ ਉਹ ਚੰਗਾ ਲੀਡਰ ਹੈ ਚਾਹੇ ਉਹ ਮਾੜਾ ਲੀਡਰ ਹੈ, ਉਹਦਾ ਵਿਰੋਧ ਕਰੂੰਗਾ। ਤੇ ਲੱਖੇ ਸਿਧਾਣੇ ਹੋਰੀ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਤੇ ਕਿਸ ਤਰ੍ਹਾਂ ਦੀ ਉਹਦੀ ਭਾਸ਼ਾ ਰਹਿੰਦੀ ਹੈ। ਸੋ ਅਸੀਂ ਜਦੋਂ ਲੀਡਰ ਬਣਦੇ ਹਾਂ ਤਾਂ ਇਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਆਪਣੇ ਆਪ 'ਤੇ ਕੰਟਰੋਲ ਵੀ ਕਰਨਾ ਪੈਂਦਾ। ਇਹ ਜ਼ੁਬਾਨ ਹੈ, ਬੜੀ ਸੌਖੀ ਚੱਲਦੀ ਹੈ, ਬਹੁਤ ਸੌਖੀ ਚੱਲਦੀ ਹੈ, ਪਰ ਜਦੋਂ ਸੌਖਾ 'ਚ ਕੋਈ ਚੀਜ਼ ਚੱਲਦੀ ਹੈ ਨਾ ਤਾਂ ਉਹ ਨੁਕਸਾਨ ਵੀ ਬਹੁਤ ਕਰਦੀ ਹੈ। ਸੋ ਇਸ ਕਰਕੇ ਮੇਰਾ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇੱਕ ਸਾਰਥਿਕ ਪੋਲੀਟਿਕਸ, ਸਾਰਥਿਕ ਗੱਲ ਕਰੀਏ। ਤੁਸੀਂ ਮੰਨਦਾ, ਮੈਂ ਅੰਦਰ ਜਜ਼ਬਾਤ ਮੇਰੇ ਵੀ ਬਹੁਤ ਕੁਛ ਹੋਣਗੇ, ਕਈ ਵਾਰੀ ਮੈਨੂੰ ਵੀ ਮਾੜਾ ਲੱਗਦਾ, ਕਈ ਵਾਰੀ ਮੈਨੂੰ ਵੀ ਗੁੱਸਾ ਆਉਂਦਾ, ਪਰ ਜਦੋਂ ਤੁਹਾਨੂੰ ਲੋਕ ਚੁਣਦੇ ਨੇ, ਜਦੋਂ ਤੁਹਾਨੂੰ ਕੋਈ ਸੁਸਾਇਟੀ ਤੁਹਾਨੂੰ ਕੋਈ ਮਾਣ ਦਿੰਦੀ ਹੈ ਜਾਂ ਤੁਹਾਨੂੰ ਅੱਗੇ ਲਾਉਂਦੀ ਹੈ, ਲੀਡਰ ਕੌਣ ਹੈ? ਜਿਹੜਾ ਬੰਦਾ ਲੀਡ ਕਰਦਾ। ਜੇ 10 ਬੰਦੇ ਬੈਠੇ ਨੇ, ਉਹਨਾਂ 'ਚ ਇੱਕ ਬੰਦੇ ਨੂੰ ਕਹਿਤਾ ਕਿ ਤੂੰ ਸਾਨੂੰ ਲੀਡ ਕਰ, ਉਹ ਲੀਡਰ ਬਣ ਗਿਆ। ਲੀਡਰ ਕੋਈ ਉੱਪਰੋਂ ਇਹ ਤਾਂ ਨਹੀਂ ਹੈਗਾ ਵੀ ਲੀਡਰ ਦੇ ਕੋਈ ਐਕਸਟਰਾ ਕੋਈ ਚੀਜ਼ ਹੈਗਾ ਲੱਗੀ ਹੈ। ਸੋ ਲੀਡਰ ਜਿਹੜੇ ਨੇ ਇੱਥੋਂ ਹੀ ਬਣਦੇ ਨੇ, ਸੁਸਾਇਟੀ 'ਚ ਹੀ ਬਣਦੇ ਨੇ, ਅਤੇ ਉਹਨਾਂ ਨੂੰ ਮਾੜਾ ਕਹਾਉਣਾ ਇਹੋ ਜਿਹੇ ਲੋਕਾਂ ਦਾ ਕੰਮ ਹੈ। ਸੋ ਇਹੀ ਮੇਰੀ ਲੜਾਈ ਰਹਿੰਦੀ ਹੈ। ਵਿਨਰਜੀਤ ਸਿੰਘ ਗੋਲਡੀ ਪੂਰੀ ਤਰ੍ਹਾਂ ਰੈਡੀ ਨਹੀਂ 2022 ਦੇ ਲਈ? ਜਸਮੀਤ ਜੀ, ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ। ਮੈਂ ਹਮੇਸ਼ਾ ਇੱਕੋ ਸਲੋਗਨ ਮੇਰਾ ਨਾ, ਸਦਾ ਚੜ੍ਹਦੀ ਕਲਾ, ਤੇ ਉਹੀ ਚੜ੍ਹਦੀ ਕਲਾ 'ਚ ਮਿਹਰ ਰਹੇ ਪਰਮਾਤਮਾ ਦੀ ਤੇ ਮੇਰੇ ਭਰਾਵਾਂ ਦੀ, ਤੁਹਾਡੇ ਵਰਗਿਆਂ ਦੀ, ਸਾਰਿਆਂ ਦੀ, ਜਿਨ੍ਹਾਂ ਦੀ ਬਦੌਲਤ ਜਿਹੜਾ, ਕਿਉਂਕਿ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਤੇ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਸਾਰਥਿਕ ਰੋਲ, ਤੁਸੀਂ ਵੀ ਮੈਂ ਚਾਹੁੰਦਾ ਕਿ ਜਿੱਥੇ ਮੇਰੀ ਕਮੀ ਹੋਵੇ ਉਹਨੂੰ ਉਜਾਗਰ ਕਰੋ, ਮੈਨੂੰ ਚੰਗਾ ਲੱਗੂਗਾ। ਮੈਂ ਹਮੇਸ਼ਾ ਇਹ ਨਹੀਂ ਕਦੇ ਕਿਹਾ ਕਿ ਮੇਰੀ ਹਰ ਚੀਜ਼ ਮੇਰੀ ਚੰਗੀ ਹੋਵੇ। ਜਿੱਥੇ ਮੈਂ ਮਾੜਾ ਹੋਊਂਗਾ ਮੈਨੂੰ ਮਾੜਾ ਵੀ ਦਿਖਾਓ, ਪਰ ਜਿੱਥੇ ਮੈਂ ਚੰਗਾ ਤਾਂ ਉਹਨੂੰ ਚੰਗਾ ਵੀ ਜ਼ਰੂਰ ਦਿਖਾਓ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ। ਇਹ ਸਾਡੇ ਨਾਲ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ, ਪਹਿਲੀ ਵਾਰ ਚੋਣ ਲੜਨ ਜਾ ਰਹੇ ਨੇ, ਯੰਗ ਉਮੀਦਵਾਰ ਨੇ। ਟਾਈਟ ਫਾਈਟ ਇੱਥੇ ਵੇਖਣ ਨੂੰ ਮਿਲ ਸਕਦੀ ਹੈ। ਇੱਕ VIP ਹਲਕਾ ਇਸ ਨੂੰ ਆਪਾਂ ਕਹਿ ਸਕਦੇ ਹਾਂ। ਨਤੀਜਾ ਕੀ ਹੋਏਗਾ ਫਿਲਹਾਲ ਇਹ ਜਨਤਾ ਤੈਅ ਕਰੇਗੀ। ਜਨਤਾ ਫਤਵਾ ਕਿਸ ਨੂੰ ਦੇਗੀ ਇਹ ਨਤੀਜੇ ਤੋਂ ਬਾਅਦ ਪਤਾ ਚੱਲੇਗਾ। ਕੈਮਰਾਮੈਨ ਕਮਲ ਤੇ ਹੈਪੀ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਸੰਗਰੂਰ।